राधा स्वामी। हाँ जी बेटे। राग गौड़ी पूर्वी कबीर साहब जीओ की। निंदो निंदो मोको लोग निंदो, निंदो निंदो मोको लोग निंदो। निंदा जन को खरी प्यारी, निंदा बाप निंदा महतारी। राधा स्वामी। ਇਹ ਬਾਣੀ ਕਬੀਰ ਸਾਹਿਬ ਜੀ ਦੀ ਹੈ। ਇੱਕ ਸਿੱਖ ਵਾਸਤੇ ਜੋ ਜ਼ਰੂਰੀ ਚੀਜ਼ਾਂ ਨੇ ਉਹ ਦੱਸਦੇ ਪਏ ਨੇ, ਕਿਉਂਕਿ ਹਰ ਬਾਣੀ ਦੇ ਵਿੱਚ ਅਸੀਂ ਸਤਿਗੁਰਾਂ ਦਾ ਉਪਦੇਸ਼ ਸੁਣਦੇ ਹਾਂ ਅਤੇ ਉਹ ਫਰਮਾਉਂਦੇ ਨੇ ਕਿ ਆਪਣਾ ਆਪ ਭੇਟ ਕਰ ਦਿਓ। ਕਿਤੇ ਆਇਆ ਕਿ ਆਪਣਾ ਮਨ ਭੇਟ ਕਰ ਦਿਓ, ਕਿਤੇ ਆਇਆ ਸ਼ੀਸ਼ ਭੇਟ ਕਰ ਦਿਓ। ਅਤੇ ਉਹ ਕਾਹਦੇ ਵਾਸਤੇ ਉਹ ਇਹ ਚੀਜ਼ ਮੰਗਦੇ ਨੇ? ਕਿਉਂਕਿ ਇੱਕ ਤਾਂ ਬਾਹਰੋਂ ਕੋਈ ਚੀਜ਼ਾਂ ਹੁੰਦੀਆਂ ਨੇ, ਕੋਈ ਸਾਨੂੰ ਆਣ ਕੇ ਕੋਈ ਸਪਰਸ਼ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਉਂਦਾ ਹੈ, ਅਤੇ ਉਹ ਤਾਂ ਹੁੰਦਾ ਹੈ ਕਿ ਪੀੜਾ ਹੁੰਦੀ ਹੈ ਕਿ ਠੀਕ ਹੈ ਜੀ ਸਾਨੂੰ ਬੁਰਾ ਲੱਗਾ, ਜਾਂ ਬਾਹਰੋਂ ਕਿਸੇ ਨੇ ਕੋਈ ਸਾਡੇ ਨਾਲ ਜ਼ਬਰਦਸਤੀ ਕੀਤੀ ਹੈ ਕਿਸੇ ਤਰ੍ਹਾਂ। ਇੱਕ ਹੁੰਦਾ ਹੈ ਕਿ ਬਾਹਰਲੇ ਤੌਰ 'ਤੇ ਤਾਂ ਅਸੀਂ ਆਪਣੇ ਬਚਾਅ ਵਾਸਤੇ ਬੜੀਆਂ ਚੀਜ਼ਾਂ ਰੱਖ ਲੈਂਦੇ ਹਾਂ, ਬੜੀ ਚੀਜ਼ਾਂ ਆਪਣਾ ਕਵਚ ਪਹਿਨ ਲੈਂਦੇ ਹਾਂ ਕਿ ਕੋਈ ਚੀਜ਼ ਨਾ ਸਾਨੂੰ ਕੋਈ ਛੂਹ ਸਕੇ, ਕੋਈ ਗੋਲੀ ਨਾ ਵੱਜ ਸਕੇ, ਕੋਈ ਤੀਰ ਭਾਲਾ ਨਾ ਵੱਜ ਸਕੇ, ਕੋਈ ਤਲਵਾਰ ਨਾ ਸਾਡੇ 'ਤੇ ਕੰਮ ਕਰ ਸਕੇ, ਅਤੇ ਅਸੀਂ ਉਹਨਾਂ ਦਾ ਬਚਾਅ ਤਾਂ ਕਰ ਲੈਂਦੇ ਹਾਂ। ਪਰ ਜਿਹੜਾ ਮਨ ਨੇ ਉਹ ਅੰਦਰ ਬੈਠਾ ਹੀ ਕਈ ਵਾਰੀ ਇੰਨਾ ਜ਼ਖਮੀ ਹੋ ਜਾਂਦਾ ਹੈ, ਇੰਨੀ ਚੀਜ਼ਾਂ ਰੱਖ ਕੇ ਵੀ, ਕਿ ਉਹਦਾ ਕੋਈ ਇਲਾਜ ਹੀ ਨਹੀਂ ਹੁੰਦਾ। ਬਾਹਰ ਤੇ ਇਲਾਜ ਹੈਗੇ ਨੇ ਇਸ ਸਰੀਰ ਦੇ, ਕਿ ਕਿਸੇ ਨੂੰ ਕੋਈ ਚੋਟ ਲੱਗ ਗਈ, ਕਿਸੇ ਤਰ੍ਹਾਂ ਦਾ ਵੀ ਜ਼ਖਮ ਹੋ ਗਿਆ ਅਤੇ ਉਹਦਾ ਇਲਾਜ ਤਾਂ ਹੋ ਜਾਂਦਾ ਹੈ। ਲੇਕਿਨ ਕੁਝ ਐਸੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਲਫ਼ਜ਼ ਕਹਿ ਦਈਏ, ਸ਼ਬਦ ਕਹਿ ਦਈਏ, ਇਹ ਕਈ ਵਾਰੀ ਇੰਨੀ ਗਹਿਰੀ ਚੋਟ ਅੰਦਰ ਤੱਕ ਚੱਲ ਜਾਂਦੀ ਹੈ, ਬੰਦਾ ਟੁੱਟ ਜਾਂਦਾ ਹੈ, ਆਪਣੇ ਰਸਤਾ ਹੀ ਛੱਡ ਦਿੰਦਾ ਹੈ, ਆਪਣਾ ਮਕਸਦ ਹੀ ਭੁੱਲ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ। ਸਤਿਗੁਰੂ ਉਸ ਚੀਜ਼ ਵਾਸਤੇ ਸਾਨੂੰ ਦੱਸ ਰਹੇ ਨੇ, ਕਿਉਂਕਿ ਜਿਹੜੀ ਚੀਜ਼ ਉਹਨਾਂ ਨੇ ਆਪਣੇ ਤਜਰਬੇ 'ਚ ਆਈ ਉਹੀ ਦੱਸਦੇ ਨੇ। ਤਜਰਬਾ ਤਾਂ ਸਾਡਾ ਵੀ ਹੁੰਦਾ ਹੈ, ਤਜਰਬਾ ਸਾਡਾ ਵੀ ਹੈ, ਸਾਡੇ ਵੱਡਿਆਂ ਵਡੇਰਿਆਂ ਦਾ ਵੀ ਹੈ, ਪਰ ਉਹਨਾਂ ਦਾ ਤਜਰਬਾ ਸਾਰਿਆਂ ਦਾ ਅਸੀਂ ਦੇਖੀਏ ਕਿੰਨਾ ਕੁ ਤਜਰਬਾ ਹੈ। ਪਰ ਜਿਹੜਾ ਸੰਤਾਂ ਮਹਾਤਮਾ ਦਾ ਤਜਰਬਾ, ਉਹਨਾਂ ਨੇ ਕਿਹਾ ਕਿ ਬਈ ਯੁੱਗਾਂ ਦਾ ਤਜਰਬਾ ਹੈ ਉਹਨਾਂ ਦਾ। ਉਹਨਾਂ ਨੇ ਜਿਹੜਾ ਹੱਲ ਕੱਢਿਆ ਹੈ ਉਹ ਸਭ ਤੋਂ ਉੱਪਰ ਹੈ, ਉਹਦੇ 'ਤੇ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੈ ਕਿਸੇ ਤਰ੍ਹਾਂ ਦੀ। ਜੇ ਅਸੀਂ ਉਹ ਇਲਾਜ ਅਪਣਾ ਲਈਏ, ਕਰ ਲਈਏ, ਤਾਂ ਅਸੀਂ ਸੌਖੇ ਹੋ ਸਕਦੇ ਹਾਂ। ਹੈ ਤਾਂ ਔਖੀਆਂ ਚੀਜ਼ਾਂ ਹੀ ਆ, ਲੇਕਿਨ ਫਿਰ ਵੀ ਉਹ ਦੱਸਦੇ ਨੇ ਕਿ ਬਈ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਿਓ, ਖਾਸ ਕਰਕੇ ਜਦੋਂ ਅਸੀਂ ਸੇਵਾ ਦੇ ਵਿੱਚ ਚੱਲਦੇ ਹਾਂ, ਆਪਣੇ ਆਪ ਨੂੰ ਸੇਵਕ ਕਹਿੰਦੇ ਹਾਂ, ਸੇਵਾਦਾਰ ਕਹਿੰਦੇ ਹਾਂ, ਅਤੇ ਜੇ ਫਿਰ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਜਾਈਏ ਤਾਂ ਫਿਰ ਤਾਂ ਬਹੁਤ ਵੱਡੀ ਕਮਜ਼ੋਰੀ ਹੈ। ਚਲੋ ਬਾਹਰਲੀਆਂ ਚੀਜ਼ਾਂ 'ਚ ਤਾਂ ਅਸੀਂ ਤਾਂ ਕੋਈ ਰੱਖਦੇ ਹੀ, ਉਹਨਾਂ ਚੀਜ਼ਾਂ ਦੀ ਚਾਹ ਰੱਖਦੇ ਹਾਂ ਕਿ ਬਾਹਰਲੇ ਤੌਰ ਦੇ ਉੱਤੇ ਹਰ ਇੱਕ ਬੰਦਾ ਕਹਿੰਦਾ ਹੈ ਕਿ ਮੇਰੀ ਬੱਲੇ ਬੱਲੇ ਹੋਵੇ, ਮੈਨੂੰ ਮਾਣ ਵਡਿਆਈ ਮਿਲੇ, ਲੋਕ ਮੇਰੀ ਪੂਜਾ ਕਰਨ, ਜਾਂ ਮੈਨੂੰ ਬੜਾ ਚਾਹੁਣ, ਜਾਂ ਕੁਛ ਵੀ ਹੈ। ਪਰ ਸੇਵਾ ਦੇ ਵਿੱਚ ਤਾਂ ਸਤਿਗੁਰਾਂ ਨੇ ਸ਼ਰਤ ਹੀ ਰੱਖੀ ਕਿ ਆਪਣੇ ਆਪ ਨੂੰ ਮਿਟਾ ਦੇਣਾ ਹੈ। ਆਪਣੇ ਆਪ ਨੂੰ ਮਿਟਾ ਦੇਣਾ ਹੈ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਮਿਟਾਉਂਦੇ ਨਹੀਂ, ਅਤੇ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਉਹ ਜਿਹੜੀ ਬਹਾਰ ਉੱਪਰ ਆਏਗੀ ਹੀ ਨਹੀਂ। ਲੇਕਿਨ ਅਸੀਂ ਜਦੋਂ ਉਸ ਰਸਤੇ ਦੇ ਉੱਤੇ ਆ ਕੇ ਵੀ ਉਹੀ ਚੀਜ਼ਾਂ ਕਰਦੇ ਹਾਂ ਅਤੇ ਉਹ ਬਹਾਰ ਨਹੀਂ ਆਉਂਦੀ। ਫਿਰ ਬੰਦਾ ਦੇਖਦਾ ਹੈ ਕਿ ਮੈਨੂੰ ਇੰਨੀ ਦੇਰ ਹੋ ਗਈ ਸਿੱਖ ਬਣਿਆ, ਇੰਨੀ ਦੇਰ ਹੋ ਗਈ ਮੈਨੂੰ ਸੇਵਾ ਕਰਦਿਆਂ, ਇੰਨੀ ਦੇਰ ਹੋ ਗਈ ਨਾਮ ਲਿਆ, ਪਰ ਪਤਾ ਨਹੀਂ ਗੱਲ ਨਹੀਂ ਕਿਉਂ ਨਹੀਂ ਬਣਦੀ। ਫਿਰ ਉਹਦੇ ਵਿੱਚ ਕਈ ਚੀਜ਼ਾਂ ਮਨ ਦੇ ਵਿੱਚ ਆਉਂਦੀਆਂ ਨੇ, ਟੁੱਟਦਾ ਟੁੱਟਦਾ ਹਰ ਪਾਸੋਂ ਟੁੱਟ ਜਾਂਦਾ ਕਿ ਨਹੀਂ, ਸ਼ਾਇਦ ਕੁਛ ਵੀ ਨਹੀਂ ਦੁਨੀਆ ਦੇ ਉੱਤੇ ਜੋ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਸਤਸੰਗ ਦੇ ਵਿੱਚ, ਸ਼ਾਇਦ ਨਹੀਂ ਹੈ। ਉਹਦੇ ਬਾਰੇ ਇਲਾਜ ਦੱਸਦੇ ਨੇ।
ਉਹਦਾ ਦੱਸਦੇ ਨੇ ਕਿ ਜੇ ਸਤਿਗੁਰ ਬਈ ਕੋਈ ਚੀਜ਼ ਸਾਨੂੰ ਉਹਨਾਂ ਦੀ ਮੌਜ ਤੋਂ ਬਗੈਰ ਅਸੀਂ ਕਹਿੰਦੇ ਪੱਤਾ ਨਹੀਂ ਹਿਲਦਾ। ਪਰ ਜਦੋਂ ਅਸੀਂ ਇਹ ਚੀਜ਼ਾਂ ਥੋੜ੍ਹੀ ਸਮਝਣੀਆਂ ਸ਼ੁਰੂ ਕਰਾਂਗੇ ਗੁਰੂ ਦਾ ਬਲ ਲੈ ਕੇ, ਤਾਂ ਬਈ ਸਾਨੂੰ ਸਹਾਇਤਾ ਮਿਲੇਗੀ ਅੱਗੇ ਚੱਲਣ ਦੀ। ਤਾਂ ਮੈਂ ਕਿ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਨਿੰਦਿਆ ਕਿਹਨੂੰ ਚੰਗੀ ਲੱਗਦੀ ਹੈ? ਹਰ ਇੱਕ ਨੂੰ ਆਪਣੀ ਉਸਤਤ ਹੀ ਚੰਗੀ ਲੱਗਦੀ। ਨਿੰਦਿਆ ਕਿਸੇ ਨੂੰ ਚੰਗੀ ਲੱਗਦੀ? ਕਿਸੇ ਨੂੰ ਨਹੀਂ ਚੰਗੀ ਲੱਗਦੀ। ਪਰ ਉਹ ਕੀ ਫਰਮਾਉਂਦੇ ਨੇ ਕਿ ਨਿੰਦੋ ਨਿੰਦੋ ਲੋਕ ਮੋਹੇ ਲੋਕ ਨਿੰਦੋ। ਅੱਗੇ ਫਰਮਾਇਆ ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਕਹਿੰਦੇ ਕਿ ਜਿਹੜੀ ਹੈ ਬਹੁਤ ਪਿਆਰੀ ਹੈ। ਨਿੰਦਾ ਬਾਪ ਨਿੰਦਾ ਮਹਤਾਰੀ। ਕਹਿੰਦੇ ਇਹ ਤਾਂ ਜਿਸ ਤਰ੍ਹਾਂ ਮਾਂ ਬਾਪ ਬੱਚੇ ਦਾ ਪਾਲਣ ਪੋਸ਼ਣ ਕਰਦੇ ਆ ਨਾ, ਕਹਿੰਦੇ ਇਸ ਤਰ੍ਹਾਂ ਜਿਹੜੀ ਇਹ ਨਿੰਦਾ ਵੀ ਆ, ਇਹ ਵੀ ਸਾਡਾ ਜਿਸ ਤਰ੍ਹਾਂ ਉਹ ਨਹੀਂ ਚਾਹੁੰਦੇ ਕਿ ਬੱਚੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤ ਚੀਜ਼ ਕੋਈ ਲੱਗੇ ਜਾਂ ਗਲਤ ਇਹਨੂੰ ਕਿਸੇ ਚੀਜ਼ ਦਾ ਅਸਰ ਹੋਵੇ, ਇਸੇ ਤਰ੍ਹਾਂ ਹੀ ਇਹ ਵੀ ਕਹਿੰਦੇ ਆ ਕਿ ਇਹ ਵੀ ਸਾਨੂੰ ਅੱਗੇ ਵਧਾਉਂਦੀ ਹੈ। ਪਰ ਇਹ ਕਿਹਨਾਂ ਦੇ ਵਿਚਾਰ ਨੇ, ਕਿਹਨਾਂ ਦੀ ਸੋਚ ਹੈ? ਉਹਨਾਂ ਸੰਤਾਂ ਮਹਾਤਮਾ ਦੇ, ਜਿਨ੍ਹਾਂ ਦਾ ਯੁੱਗਾਂ ਦਾ ਤਜਰਬਾ ਹੈ। ਅੱਗੇ ਸਾਰੇ ਬਚਨ ਦੇ ਵਿੱਚ ਬੜਾ ਹੀ ਉਹਦਾ ਨਿਚੋੜ ਕੱਢਿਆ ਹੈ ਇਹਨਾਂ ਚੀਜ਼ਾਂ ਦਾ ਹੀ। ਲੇਕਿਨ ਜੇ ਅਸੀਂ ਧਿਆਨ ਨਾਲ ਸੁਣਾਂਗੇ, ਵਿਚਾਰਾਂਗੇ, ਤਾਂ ਇਕੱਲਾ ਸਾਡਾ ਅਧਿਆਤਮਿਕ ਜੀਵਨ 'ਤੇ ਨਹੀਂ, ਸੰਸਾਰਿਕ ਜੀਵਨ 'ਤੇ ਵੀ ਸਾਡੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਕੰਮ ਆਉਣ ਵਾਲੀਆਂ ਨੇ। ਇਸ ਲਈ ਬੜੇ ਪਿਆਰ ਨਾਲ, ਬੜੇ ਧਿਆਨ ਦੇ ਨਾਲ ਉਹਨਾਂ ਨੂੰ ਸੁਣੀਏ ਵੀ ਅਤੇ ਉਹਨਾਂ ਦਾ ਵਿਚਾਰ ਵੀ ਕਰੀਏ। ਉਹ ਕਾਹਦੇ ਵਾਸਤੇ? ਅਸੀਂ ਤਾਂ ਕਹਿੰਦੇ ਹਾਂ ਕਿ ਜਰਾ ਵੀ ਕੋਈ ਗੱਲ ਹੋਵੇ ਅਸੀਂ ਕਹਿ ਦਿੰਦੇ ਹਾਂ ਖਬਰਦਾਰ ਕੋਈ ਇਸ ਤਰ੍ਹਾਂ ਹੋਈ। ਪਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਹੈਗੀ, ਕਿਉਂਕਿ ਕਿਸੇ ਦੇ ਵੱਸ ਹੀ ਨਹੀਂ ਹੈ। ਕੋਈ ਐਸਾ, ਕੋਈ ਦੁਨੀਆ ਦੇ ਵਿੱਚ ਕੋਈ ਇੱਕ ਸ਼ਖਸ ਐਸਾ ਲੱਭਣ ਦੀ ਕੋਸ਼ਿਸ਼ ਕਰੋ, ਚਾਹੇ ਜਿੰਨਾ ਮਰਜ਼ੀ ਕੋਈ ਵੱਡਾ ਸੰਤ ਹੋਵੇ, ਮਹਾਤਮਾ ਹੋਵੇ, ਕੋਈ ਗੁਰੂ ਪੀਰ ਹੋਵੇ, ਜਿਹਦੀ ਨਿੰਦਿਆ ਨਾ ਹੋਈ ਹੋਵੇ। ਕੋਈ ਵੀ ਇੱਕ ਲੱਭੋ, ਕੋਈ ਇੱਕ ਤੁਹਾਨੂੰ ਨਹੀਂ ਲੱਭੇਗਾ, ਕੋਈ ਵੀ ਨਹੀਂ ਲੱਭੇਗਾ। ਜੇ ਉਹਨਾਂ ਨੂੰ ਇਸ ਚੀਜ਼ ਦੀ ਨਹੀਂ ਹੋਈ ਤੇ ਅਸੀਂ ਕਿਸ ਚੀਜ਼ ਦੀ ਚਾਹ ਰੱਖਦੇ ਹਾਂ? ਅਸੀਂ ਕਿਹੜੀ ਖੇਤ ਦੇ ਮੂਲੀ? ਅਸੀਂ ਕਿਸ ਤਰ੍ਹਾਂ ਉਸ ਚੀਜ਼ ਤੋਂ ਬਚ ਸਕਦੇ ਹਾਂ? ਬੜੇ ਆਮ ਰਿਸ਼ਤੇ ਤੁਸੀਂ ਘਰਾਂ ਬਾਰਾਂ ਦੇ ਵਿੱਚ ਦੇਖ ਲਵੋ ਕਿ ਇਸੇ ਚੀਜ਼ ਦੀ ਹੀ ਜ਼ਿਆਦਾ ਲੜਾਈ ਹੈ ਕਿ ਜਦੋਂ ਅਸੀਂ ਕਿਸੇ ਦੇ ਮੂੰਹ ਤੋਂ ਕੋਈ ਗੱਲ ਸੁਣ ਲੈਂਦੇ ਹਾਂ ਕਿ ਲੈ ਜੀ ਮੇਰੇ ਬਾਰੇ ਇਸ ਤਰ੍ਹਾਂ ਬੋਲ ਰਹੇ ਨੇ, ਮੇਰੇ ਬਾਰੇ ਆਹ ਵਿਚਾਰ ਨੇ, ਮੇਰੇ ਬਾਰੇ ਆਹ ਚੀਜ਼ ਹੈ, ਅਤੇ ਅਸੀਂ ਕਲਪ ਜਾਂਦੇ ਹਾਂ ਅੰਦਰ ਤੱਕ ਕਿ ਵਾਕਈ ਹੀ ਗੁੱਸਾ ਆਉਂਦਾ ਹੈ। ਪਰ ਇਹ ਨਹੀਂ, ਅਸੀਂ ਇਨਸਾਨ ਹਾਂ, ਅਸੀਂ ਕੋਈ ਐਸੇ ਤਾਂ ਕੋਈ ਹੈ ਨਹੀਂ। ਪਰ ਸਤਿਗੁਰਾਂ ਦਾ ਬਲ ਲੈ ਕੇ ਕੋਸ਼ਿਸ਼ ਕਰਨੀ ਹੈ ਉਸ ਚੀਜ਼ ਨੂੰ ਸਮਝ। ਜੇ ਇਹ ਚੀਜ਼ਾਂ ਸਾਡੀ ਰੁਕਾਵਟ ਬਣਨਗੀਆਂ, ਸਾਨੂੰ ਅੱਗੇ ਨਹੀਂ ਵਧਣ ਦੇਣਗੀਆਂ, ਸਾਡਾ ਧਿਆਨ ਜਿਹੜਾ ਡਾਈਵਰਟ ਕਰਨਗੀਆਂ ਆਪਣੇ ਉਸ ਚੀਜ਼ ਤੋਂ। ਜੇ ਇਹਨਾਂ ਚੀਜ਼ਾਂ 'ਤੇ ਕੰਟਰੋਲ ਹੋ ਗਿਆ ਤਾਂ ਸਾਨੂੰ ਕਾਮਯਾਬ ਹੋਣ ਤੋਂ ਕੋਈ ਵੀ ਚੀਜ਼ ਨਹੀਂ ਰੋਕ ਸਕਦੇ। ਹੁਣ ਉਹਨਾਂ ਨੇ ਕੁਛ ਸਾਡਾ ਕੀ ਕਰਨਾ, ਉਹ ਸਗੋਂ ਜਿਸ ਤਰ੍ਹਾਂ ਅੱਗੇ ਉਹਨਾਂ ਨੇ ਫਰਮਾਇਆ ਕਿ ਨਿੰਦਾ ਜਨ ਕੋ ਖਰੀ ਪਿਆਰੀ। ਕਾਹਦੇ ਪਿਆਰੀ? ਪਿਆਰ ਅਸੀਂ ਕਿਸ ਚੀਜ਼ ਨੂੰ ਕਰਦੇ ਹਾਂ? ਜਿਹੜੀ ਕੋਈ ਚੀਜ਼ ਸਾਡੇ ਫਾਇਦੇ ਵਾਲੀ ਹੁੰਦੀ ਹੈ। ਤਾਂ ਅੱਗੇ ਸ਼ਬਦ ਵਿੱਚ ਦੱਸਦੇ ਨੇ ਕਿ ਕਿਉਂ ਜਿਹੜੀ ਇਹ ਅਸੀਂ ਡਰੀਏ ਨਾ ਇਸ ਚੀਜ਼ ਤੋਂ। ਹੁਣ ਕਈ ਸੇਵਾਦਾਰ ਸੇਵਾ ਕਰਦੇ ਨੇ ਅਤੇ ਉਹਨਾਂ ਨੂੰ, ਮੈਂ ਕੱਲ੍ਹ ਵੀ ਉਹ ਗੱਲ ਕਰ ਰਿਹਾ ਸੀ ਕਿ ਸਾਡੇ ਮਨ 'ਚ ਕਈ ਵਾਰੀ ਹੁੰਦਾ ਹੈ ਕਿ ਇੱਕ ਸੇਵਾਦਾਰ ਦੇ ਮਨ ਦੇ ਵਿੱਚ ਇੰਨੀ ਉਹ ਕਾਹਦੀ ਚਾਹਤ ਕੀ ਜੇ ਵੀ ਮੇਰੀ ਕੋਈ ਨਿੰਦਿਆ ਕਰ ਰਿਹਾ। ਹੋਣੀ ਜਦੋਂ ਅਸੀਂ ਖਾਸ ਕਰਕੇ ਜਦੋਂ ਅਸੀਂ ਸਹੀ ਰਸਤੇ 'ਤੇ ਚੱਲਾਂਗੇ ਤਾਂ ਨਿੰਦਿਆ ਜ਼ਿਆਦਾ ਹੋਣੀ ਹੈ। ਕਿਉਂਕਿ ਤੁਸੀਂ ਦੇਖੋ ਕਿ ਸੰਸਾਰ 'ਚ ਕਿੰਨੇ % ਬੰਦੇ ਨੇ ਜਿਨ੍ਹਾਂ ਕੋਲ ਗਿਆਨ ਹੈਗਾ ਹੈ ਕਿ ਜਿਹੜਾ ਉਸ ਚੀਜ਼ ਨੂੰ ਜਾਣਦੇ ਨੇ? ਘੱਟ ਹੀ ਹੋਣਗੇ। ਅਤੇ ਉਹ ਸਾਡਾ ਉਹ ਜਿਹੜਾ ਤੁਸੀਂ ਆਪਾਂ ਸੋਚਦੇ ਹਾਂ ਕਿ ਸਾਡਾ ਸਹੀ ਉਹਦਾ ਮੁੱਲ ਪਾਉਣ ਜਾਂ ਕਰਨ, ਉਹ ਕਿਸ ਤਰ੍ਹਾਂ ਪਾ ਸਕਦੇ ਨੇ? ਹੁਣ ਕਈ ਬੰਦੇ ਆ ਉਹ ਜਿਹੜੇ ਕੋਈ ਨਸ਼ਾ ਕਰਦੇ ਨੇ, ਕੋਈ ਸ਼ਰਾਬ ਪੀਂਦੇ ਨੇ, ਕਿਸੇ ਤਰ੍ਹਾਂ ਦਾ ਵੀ ਆ, ਅਤੇ ਤੁਸੀਂ ਦੇਖੋ ਕਿ ਜੇ 5 ਬੰਦੇ ਸ਼ਰਾਬ ਪੀਣ ਵਾਲੇ ਹੋਣ ਅਤੇ ਇੱਕ 6ਵਾਂ ਨਾ ਪੀਣ ਵਾਲਾ ਹੋਵੇ, ਤਾਂ ਮਾੜਾ ਕੌਣ ਹੋਏਗਾ ਉਹਦੇ ਵਿੱਚ? ਕਿਹਨੂੰ ਮਾੜਾ ਕਹਿਣਗੇ? ਉਹ ਕਹਿਣਗੇ ਲੈ ਇਹ ਤੂੰ ਕਾਹਦਾ ਬੰਦਾ ਹੈ, ਤੂੰ ਤਾਂ ਕੰਮ ਹੀ ਨਹੀਂ ਕਰਦਾ ਹੈਗਾ, ਤੂੰ ਕਿਹੜਾ ਰਸਤਾ ਫੜ ਲਿਆ ਹੈ। ਉਹਨੂੰ ਗੱਲਾਂ ਹੀ ਹੋਣਗੀਆਂ ਉਹਨੂੰ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ 5 ਸਹੀ ਹੋ ਗਏ ਅਤੇ ਇੱਕ ਗਲਤ ਹੋ ਗਿਆ, ਇਹ ਕੋਈ ਉਹ ਨਹੀਂ ਹੈ। ਪਰ ਕੀ ਲੋੜ ਹੈ ਜਿੱਦਣ ਦੀ? ਕੀ ਲੋੜ ਹੈ ਸਾਨੂੰ ਆਪਣੇ ਸਬੂਤ ਦੇਣ ਦੀ? ਕਾਹਦੇ ਵਾਸਤੇ? ਇਸੇ ਤਰ੍ਹਾਂ ਹੀ ਘਰਾਂ ਦੇ ਵਿੱਚ ਸਾਡੇ ਰਿਸ਼ਤੇ ਨਾਤੇ ਨੇ, ਬੜੇ ਰਿਸ਼ਤੇ ਨਾਤੇ ਨੇ, ਅਸੀਂ ਸਮਝਾ ਕੇ ਥੱਕ ਜਾਂਦੇ ਹਾਂ, ਹਰ ਤਰ੍ਹਾਂ ਕਰਕੇ ਥੱਕ ਜਾਂਦੇ ਹਾਂ, ਅਤੇ ਜਦੋਂ ਅਸੀਂ ਸਮਝ ਹੀ ਲਈਏ ਕਿ ਕੋਈ ਗੱਲ ਨਹੀਂ ਫਿਰ ਕੀ ਹੈ, ਅਤੇ ਦੇਖੋ ਕਿੰਨਾ ਮਨ ਹਲਕਾ ਹੁੰਦਾ। ਕੀ ਦੇਣਾ ਅਸੀਂ, ਕੀ ਕਰਨਾ ਹੈ ਕਿਸੇ ਨੂੰ ਸਬੂਤ ਦੇ ਕੇ?
ਅਸੀਂ ਆਪਣੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲੀਏ। ਜੇ ਅਸੀਂ ਸਾਰੇ ਇੱਕ ਨੂੰ ਸਰਟੀਫਿਕੇਟ ਦੇਣਾ ਹੀ ਸ਼ੁਰੂ ਕਰ ਦੇਵਾਂਗੇ ਆਪਣਾ ਉਸ ਚੀਜ਼ ਦਾ, ਤਾਂ ਉਹਨਾਂ ਨੂੰ ਜੋ ਮਰਜ਼ੀ ਦੇ ਦਿਓ, ਉਹਨਾਂ ਨੇ ਮੰਨਣਾ ਨਹੀਂ ਹੈਗਾ ਕਿਸੇ ਨੇ। ਇਸ ਕਰਕੇ ਆਪਣੇ ਅੰਦਰ ਜਿਹੜਾ ਆ ਉਹ ਰੱਖੋ ਕਿ ਆਪਣੇ ਸਤਿਗੁਰਾਂ ਕੋਲੋਂ ਉਹ ਬਲ ਮੰਗੋ, ਅਤੇ ਉਹਨਾਂ ਕੋਲ ਬਲ ਮੰਗ ਕੇ ਆਪਾਂ ਸਹੀ ਆਪਣੇ ਰਸਤੇ 'ਤੇ ਚੱਲੀਏ, ਸਾਡੇ ਕੋਲੋਂ ਕੋਈ ਗਲਤੀ ਨਾ ਹੋਵੇ। ਔਰ ਆਹ ਜਿਹੜੀ ਚੀਜ਼ ਹੈ, ਇਸ ਚੀਜ਼ ਦੀ ਚਾਹਤ ਛੱਡ ਦਈਏ। ਚਾਹੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ, ਕਿੰਨੇ ਅਸੀਂ ਕਈ ਵਾਰੀ ਵਿਚਾਰ ਕਰਾਂਗੇ ਤਾਂ ਸਾਨੂੰ ਜ਼ਿਆਦਾ ਜਾਣੇ ਚਾਹੁਣ ਵਾਲੇ ਹੁੰਦੇ ਨੇ, ਪਿਆਰ ਕਰਨ ਵਾਲੇ ਹੁੰਦੇ ਨੇ। ਆਪਣੀ ਇੱਕ ਲਿਸਟ ਬਣਾ ਲਈਏ ਸਾਰੇ ਜਿੰਨੇ ਸਾਡੇ ਜਾਣਦੇ ਨੇ। ਜੇ ਕੋਈ 100 ਬੰਦੇ ਨਾਲ ਸਾਡਾ ਕੋਈ ਲਿੰਕ ਹੈ, 100 ਬੰਦਿਆਂ ਨੂੰ ਅਸੀਂ ਜਾਣਦੇ ਹਾਂ, ਤਾਂ ਅਸੀਂ ਦੇਖਾਂਗੇ ਕਿ 100 ਦੇ ਵਿੱਚੋਂ 90 ਬੰਦੇ ਸਾਨੂੰ ਪਿਆਰ ਕਰਨ ਵਾਲੇ ਹੋਣਗੇ, ਅਤੇ 10 ਜਿਹੜੇ ਨੇ ਹੋਣਗੇ ਐਸੇ ਜਿਹੜੇ ਕਿ ਕੋਈ ਗਲਤ ਮੁਲਤ ਗੱਲਾਂ ਕਰਨ ਵਾਲੇ ਹੋਣਗੇ। ਅਤੇ ਅਸੀਂ ਇੰਨੇ ਮੂਰਖ ਬਣ ਕੇ ਅਸੀਂ ਉਹਨਾਂ ਦੀ ਚਿੰਤਾ 'ਚ ਲੱਗ ਕੇ ਆਪਣੇ 90 ਉਹਨਾਂ ਦੇ ਪਿਆਰ ਨੂੰ ਭੁੱਲ ਜਾਂਦੇ ਹਾਂ ਕਿ ਸਾਨੂੰ ਇੰਨੇ ਜਾਣੇ ਪਿਆਰ ਕਰਨ ਵਾਲੇ ਵੀ ਹੈਗੇ ਨੇ। ਸਾਡਾ ਧਿਆਨ ਉੱਥੇ ਹੀ ਘੁੰਮੀ ਜਾਂਦਾ ਹੈ ਕਿ ਨਹੀਂ ਇਹ ਜਿਸ ਤਰ੍ਹਾਂ ਇਸ ਤਰ੍ਹਾਂ, ਅਤੇ ਉਹ ਸਾਰਾ ਹੀ ਸਾਡਾ ਜਿਹੜਾ ਆ ਸਮਾਂ ਜਿਹੜਾ ਉਹ ਖਰਾਬ ਹੋ ਜਾਂਦਾ ਉਸ ਵਿੱਚ। ਇਸ ਕਰਕੇ ਸਾਨੂੰ ਹੌਸਲਾ ਵੀ ਦਿੰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਤਗੜੇ ਹੋ। ਦੁਨੀਆ 'ਚ ਅਸੀਂ ਕਿਸੇ ਚੰਗੀ ਥਾਂ ਤੋਂ ਦੇਖੋ, ਕੋਈ ਬੰਦਾ ਠੇਕੇ ਜਾਂਦਾ ਹੈ, ਕੋਈ ਬੰਦਾ ਕਲੱਬਾਂ 'ਚ ਜਾਂਦਾ ਹੈ, ਉਹਨੂੰ ਕੋਈ ਮਾੜਾ ਕਹਿੰਦਾ? ਕਿੰਨੇ ਉਹਨੇ ਆਪਣੇ ਘਰ ਦੇ ਜਾਂ ਕੁਛ ਵੀ ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਹੈ ਕਈਆਂ ਨੂੰ, ਅਤੇ ਕੋਈ ਹਿੰਮਤ ਨਹੀਂ ਕਰਦਾ, ਜ਼ਰੂਰਤ ਨਹੀਂ ਕਰਦਾ। ਅਸੀਂ ਚੰਗੇ ਸਥਾਨ ਵੱਲ ਵੀ ਆਉਂਦੇ ਹਾਂ, ਸਾਨੂੰ ਪਤਾ ਸੀ ਕਈ ਸਾਡੇ ਘਰਦਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਬਈ ਡੇਰੇ ਜਾ ਰਹੇ ਨੇ, ਇਹ ਸਤਿਗੁਰਾਂ ਪਾਸ ਜਾ ਰਹੇ ਨੇ, ਸਤਸੰਗ ਸੁਣਨ ਜਾ ਰਹੇ ਨੇ, ਆ ਵੀ ਜਾਂਦੇ, ਫਿਰ ਵੀ ਸਾਨੂੰ ਕਈ ਵਾਰੀ ਰੁਕਾਵਟਾਂ ਪੈਂਦੀਆਂ। ਕੀ ਕਰਨਾ ਉੱਥੇ ਜਾ ਕੇ? ਉੱਥੇ ਜਾ ਕੇ ਕੀ ਲੈਣਾ ਹੈ? ਘਰ ਬਹਿ ਕੇ ਨਹੀਂ ਭਗਤੀ ਹੁੰਦੀ ਸਾਡੇ ਕੋਲ, ਘਰ ਬਹਿ ਕੇ ਨਹੀਂ ਆ ਹੁੰਦਾ। ਲੇਕਿਨ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਅਸੀਂ ਕਹਿੰਦੇ ਹਾਂ ਕਿ ਨਹੀਂ ਇਸ ਤਰ੍ਹਾਂ। ਪਰ ਮੈਂ ਤਾਂ ਹੀ ਕਿਹਾ ਕਿ ਪਿੱਛੇ ਵੀ ਸਤਿਗੁਰਾਂ ਦੇ ਬਚਨ ਆਏ ਸੀ, ਜਗਤ ਭਾਵ ਪੈ ਲੱਜਾ ਛੋੜੋ, ਸੁਣ ਪਿਆਰੇ ਤੂੰ ਕਰ ਭਗਤੀ। ਤੁਸੀਂ ਹਰ ਇੱਕ ਨੂੰ ਜੇ ਉਹ ਕਰਨਾ ਸ਼ੁਰੂ ਕਰ ਦੇਵੋਗੇ ਤੇ ਤੁਸੀਂ ਆਪ ਪਰੇਸ਼ਾਨ ਹੋ ਜਾਵੋਗੇ। ਤੁਸੀਂ ਆਪਣੇ ਅੰਦਰ ਦੇਖੋ ਕਿ ਤੁਹਾਨੂੰ ਚੀਜ਼ ਮਨ ਨੂੰ ਜੱਚ ਰਹੀ, ਸਹੀ ਲੱਗ ਰਹੀ ਹੈ ਕਿ ਗਲਤ ਲੱਗ ਰਹੀ ਹੈ। ਜੇ ਤੁਹਾਨੂੰ ਪਤਾ ਹੈ ਕਿ ਮੈਂ ਸਹੀ ਕੰਮ ਕਰ ਰਿਹਾ, ਸਹੀ ਰਸਤੇ 'ਤੇ ਹਾਂ, ਫਿਰ ਕਿਸੇ ਦੀ ਪਰਵਾਹ ਨਾ ਕਰੋ, ਭਾਵੇਂ ਸਾਰੀ ਦੁਨੀਆ ਸਾਨੂੰ ਗਲਤ ਕਵੇ। ਇਸ ਲਈ ਉਹਨੇ ਫਰਮਾਇਆ ਕਿ ਕੋਈ ਗੱਲ ਨਹੀਂ ਹੈਗੀ, ਕਿ ਇਹ ਜਿਹੜੀ ਨਿੰਦਾ ਵੀ ਹੈ ਇਹ ਸਾਨੂੰ ਇੱਕ ਮਾਤਾ ਪਿਤਾ ਜਿਸ ਤਰ੍ਹਾਂ ਇੱਕ ਬੱਚੇ ਦਾ ਹਿੱਤ ਚਾਹੁੰਦੇ ਆ, ਅਤੇ ਇਹ ਵੀ ਸਾਡਾ ਹਿੱਤ ਹੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਜਿਹੜਾ ਨਿੰਦਾ ਕਰਦਾ ਹੈ, ਤੁਸੀਂ ਦੇਖੋ ਆਪਾਂ ਇਹੋ ਹੀ ਗੱਲ ਹੋ ਰਹੀ ਸੀ ਗੱਲ ਕਿ ਕਈ ਵਾਰ ਸਾਨੂੰ ਸਾਡੇ ਚਾਹੁਣ ਵਾਲਿਆਂ ਨੂੰ ਸਾਡੀ ਉਹ ਗਲਤੀ ਨਹੀਂ ਦਿਸਦੀ। ਮਾਂ ਬਾਪ ਨੂੰ ਆਪਣੇ ਬੱਚਿਆਂ ਦੀ ਗਲਤੀ ਦਿਸਦੀ ਹੈ ਕੋਈ? ਚਾਚੇ ਤਾਇਆਂ ਨੂੰ ਦਿਸਦੀ ਹੈ ਨਾ, ਉਹ ਲੱਭ ਲੱਭ ਲਿਆਉਂਦੇ ਨੇ, ਵੇਖੋ ਬਈ ਆਹ ਦੇਖੋ ਆਹ ਨੁਕਸ ਆ। ਮਾਂ ਬਾਪ ਤੇ ਪਿਆਰ ਦੇ ਵਿੱਚ ਹੋ ਜਾਂਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਅਤੇ ਸਗੋਂ ਜੇ ਅਸੀਂ ਧਿਆਨ ਦੇਵਾਂਗੇ ਤਾਂ ਉਹ ਚੀਜ਼ਾਂ ਸਾਡੇ ਫਾਇਦੇ ਲਈ ਹੋਣਗੀਆਂ। ਅਸੀਂ ਉਹ ਚੀਜ਼ਾਂ ਦੇ ਉੱਤੇ ਧਿਆਨ ਦਈਏ, ਉਹਨੂੰ ਦੂਰ ਕਰ ਲਈਏ, ਅਸੀਂ ਹੋਰ ਨਿਖਰ ਗਏ। ਹੁਣ ਕਈ ਵਾਰ ਕਈਆਂ ਦੀ ਨਜ਼ਰ ਹੀ ਇਸ ਤਰ੍ਹਾਂ ਦੀ ਬਣ ਜਾਂਦੀ, ਉਹਨਾਂ ਨੂੰ ਜਿੰਨੀ ਮਰਜ਼ੀ ਉਹ ਕਹਿੰਦੇ, ਮੈਂ ਇੱਕ ਸੁਣਾਇਆ ਸੀ ਕਿ ਕੋਈ ਦੋਸਤ ਸੀ ਦੋ, ਅਤੇ ਇੱਕ ਦੋਸਤ ਨੇ ਕੋਈ ਕੁੱਤਾ ਲਿਆਂਦਾ ਘਰ 'ਚ, ਅਤੇ ਉਹਨੂੰ ਟ੍ਰੇਨਿੰਗ ਵਗੈਰਾ ਦਿੰਦਾ ਸੀ, ਰੋਜ਼ ਬੜਾ ਵਧੀਆ ਸੀ ਇਸ ਤਰ੍ਹਾਂ। ਅਤੇ ਇੱਕ ਦਿਨ ਉਹਦਾ ਆਇਆ ਮਨ 'ਚ ਕਿ ਮੈਂ ਆਪਣੇ ਦੋਸਤਾਂ ਨੂੰ ਵਿਖਾਵਾਂ ਲਿਆ ਕੇ ਕਿ ਕਿੰਨਾ ਮੈਂ ਟ੍ਰੇਨ ਕੀਤਾ ਹੈ। ਅਤੇ ਉਹਨੇ ਆਪਣੇ ਦੋਸਤ ਨੂੰ ਸੱਦਿਆ ਕਿ ਆਹ ਤੈਨੂੰ ਮੈਂ ਆਪਣਾ ਕੁੱਤਾ ਦਿਖਾਵਾਂ, ਵੇ ਕਿੰਨਾ ਵਧੀਆ ਇਸ ਤਰ੍ਹਾਂ ਕਰਕੇ। ਹੁਣ ਉਹ ਜਿਹੜਾ ਦੋਸਤ ਸੀ ਉਹਦੀ ਨਜ਼ਰ ਹੀ ਇਸ ਤਰ੍ਹਾਂ, ਉਹ ਹਰ ਗੱਲ ਦੇ ਵਿੱਚ ਨੁਕਸ ਲੱਭਦਾ ਹੁੰਦਾ ਸੀ। ਉਹ ਲਿਆਂਦਾ, ਉਹਨੂੰ ਘਰ ਸੱਦਿਆ, ਅਤੇ ਉਹ ਕਹਿਣ ਲੱਗਾ ਕਿ 2-3 ਵਾਰੀ ਕੁਛ ਉਹਨੂੰ ਕੋਈ ਕੀਤਾ, ਫਿਰ ਇੱਕ ਬੋਲ ਫੜੀ, ਬੋਲ ਇੱਦਾਂ ਸੁੱਟੇ, ਅਤੇ ਉਹ ਡੋਗੀ ਨੂੰ ਇਸ਼ਾਰਾ ਕਰੇ, ਉਹ ਬੋਲ ਫੜ ਕੇ ਲੈ ਆਵੇ ਬਾਰ-ਬਾਰ ਉਹਦੇ ਉੱਤੇ। ਅਤੇ ਉਹ ਫਿਰ ਕਹਿਣ ਮਤਲਬ, ਪਰ ਉਹਦੇ ਉੱਤੇ ਚਿਹਰੇ 'ਤੇ ਉਹਦੇ ਵੱਲ ਵੇਖੇ, ਪਰ ਉਹਦੇ ਕੋਈ ਰਿਐਕਟ ਨਾ ਕਰੇ ਕੋਈ। ਫਿਰ ਉਹਨਾਂ ਨੇ ਉਹ ਬੋਲ ਜਿਹੜੀ ਸੀ ਆਪਣੇ ਸਵਿਮਿੰਗ ਪੂਲ ਦੇ ਵਿੱਚ ਪਾਣੀ ਦੀ ਸੁੱਟੀ, ਕੁੱਤਾ ਗਿਆ ਅਤੇ ਉਹ ਕਰਕੇ ਅਤੇ ਅੰਦਰੋਂ ਬੋਲ ਫੜ ਲਿਆ। ਕਹਿੰਦੇ ਉਹ ਬੜਾ ਆਪਣੇ ਕੋਲ ਕਹਿੰਦਾ ਵੇਖਿਆ, ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ, ਕਹਿੰਦਾ ਤਰ ਕੇ ਹੀ ਗਿਆ ਵਾ, ਤੁਰ ਕੇ ਥੋੜ੍ਹਾ ਗਿਆ ਉੱਤੇ, ਧਾਉਣੀ ਤੇ ਉੱਥੇ। ਮਤਲਬ ਉਹਨਾਂ ਨੂੰ ਕੋਈ ਚੀਜ਼ ਵੀ ਉਹ ਚੀਜ਼ ਨਹੀਂ ਨਜ਼ਰ ਆਉਣੀ ਹੈਗੀ। ਇਸ ਕਰਕੇ ਅਸੀਂ ਸਾਨੂੰ ਆਇਆ ਤਾਂ ਹੈਗੀ ਨਾ ਮਨ ਦੇ ਵਿੱਚ ਉਸ ਚੀਜ਼ ਦਾ। ਜੇ ਸਾਨੂੰ ਕੋਈ ਘਰ 'ਚ ਕੋਈ ਆਉਂਦਾ ਹੈ, ਕਿਸੇ ਵੇਲੇ ਕੋਈ ਘਰ 'ਚ ਆ ਕੇ ਸਾਨੂੰ ਕਹਿ ਦਿੰਦਾ ਹੈ ਕਿ ਆਹ ਚੀਜ਼ ਬੜੀ ਗਲਤ ਆ ਇਸ ਤਰ੍ਹਾਂ, ਤਾਂ ਸਾਨੂੰ ਕਮ ਸੇ ਕਮ ਵਿਚਾਰ ਮਿਲਦਾ ਕਿ ਠੀਕ ਹੈ ਕਿ ਵੀ ਜੇ ਕੋਈ ਕਿਸੇ ਨੇ ਆਣ ਕੇ ਸਾਡੇ ਘਰ ਕਹਿ ਦਿੱਤਾ ਕਿ ਕੋਈ ਦੇਖੋ ਸਫਾਈ ਨਹੀਂ ਪੂਰੀ ਹੈ, ਚਲੋ ਲੱਗਾ, ਬੁਰਾ ਲੱਗਾ ਗੱਲ ਨੂੰ, ਠੀਕ ਹੈ ਨਾ, ਪਰ ਹੋ ਸਕਦਾ ਸਾਡਾ ਧਿਆਨ ਉੱਥੇ ਦਬਾ ਗਿਆ, ਅਸੀਂ ਉਹ ਕਰ ਲਈਏ, ਆਪਣਾ ਹੀ ਘਰ ਸੁੰਦਰ ਹੋਏਗਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਬਈ ਕੋਈ ਗੱਲ ਨਹੀਂ, ਇਹ ਵੀ ਸਾਡਾ ਪਾਲਣ ਪੋਸ਼ਣ ਕਰਦੀ ਹੈ, ਸਾਨੂੰ ਅੱਗੇ ਵਧਾਉਂਦੀ ਹੈ, ਇਹਨੂੰ ਪੋਜ਼ੀਟਿਵ ਲਈਏ, ਨੈਗੇਟਿਵ ਨਾ ਲਈਏ ਇਹਨਾਂ ਚੀਜ਼ਾਂ ਨੂੰ। ਹਾਂਜੀ ਬੇਟੇ।
निंदो निंदो मोको लोग निंदो, निंदा जन को खरी प्यारी, निंदा बाप निंदा महतारी, निंदा होए तां बैकुंठ जाइए, नाम पदारथ मने बसाइए। ਹੁਣ ਦੇਖੋ ਉਹਨੇ ਪਾਇਆ ਕਿ ਕਿੱਡੀ ਵੱਡੀ ਗੱਲ ਕਹੇ, ਕਹਿੰਦੇ ਨਿੰਦਾ ਹੋਏ ਤਾਂ ਬੇਕੁੰਠ ਜਾਈਏ। ਅਸੀਂ ਇੰਨੇ ਨਾਲ ਜ਼ੋਰ ਲਾਉਂਦੇ ਰਹਿੰਦੇ ਹਾਂ ਤੇ ਅਸੀਂ ਕਾਹਦੇ ਵਾਸਤੇ ਲਾਉਂਦੇ ਰਹਿੰਦੇ ਹਾਂ? ਇਸੇ ਕਰਕੇ ਹੀ। ਪਰ ਹੁਣ ਇਹ ਗੱਲ ਦੇਖੋ, ਉਹਨਾਂ ਨੇ ਕਿਹਾ ਇੱਕ ਸਾਨੂੰ ਦੇ ਰਹੇ ਨੇ ਹੌਸਲਾ ਕੇ, ਕਹਿੰਦੇ ਕੋਈ ਟੈਨਸ਼ਨ ਨਹੀਂ ਹੈਗੀ, ਕਿਉਂਕਿ ਨਿੰਦਾ ਜਿਹੜੀ ਏ ਸਾਡੇ ਜਿਹੜੇ ਪਾਪ ਜਿਹੜੇ ਨੇ ਉਹ ਉਤਾਰ ਰਹੀ ਹੈ। ਜਦੋਂ ਆਪੇ ਪਾਪ ਲੱਥ ਗਏ, ਜਦੋਂ ਸਾਡੀਆਂ ਹਰ ਪਾਸੋਂ ਉਹ ਚੀਜ਼ਾਂ ਜਿਹੜੀਆਂ ਵਧੀਆ ਹੁੰਦੀਆਂ ਹੈਗੀਆਂ, ਜਿਹੜੇ ਜਿਹੜੇ ਸਾਡੇ ਔਗਣ ਨੇ ਉਹ ਨਿੰਦਕ ਨੂੰ ਦਿਸਣੇ। ਤੁਸੀਂ ਆਪਣਾ ਆਪਣਾ ਕੰਮ ਕਰੀ ਜਾਵੋ, ਕਰਦੇ ਜਾਵੋ, ਹੌਲੀ ਹੌਲੀ ਉਹ ਚੀਜ਼ਾਂ ਸਾਰੀਆਂ ਠੀਕ ਹੋ ਜਾਣਗੀਆਂ। ਉੱਦਾਂ ਵੀ ਜਿਹੜੀ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਸਾਡੀ ਮੈਲ ਜਿਹੜੀ ਆ ਉਹ ਨਿੰਦਕ ਉਹ ਲੈ ਲੈਂਦੇ ਨੇ। ਕਰਮ ਜਿਹੜੇ ਨੇ ਸਤਿਗੁਰਾਂ ਨੇ ਫਰਮਾਇਆ ਕਿ ਉਹ ਵੀ ਉਹ ਚੁੱਕ ਲੈਂਦੇ ਨੇ। ਫਿਰ ਵੀ ਅਸੀਂ ਉਸ ਚੀਜ਼ ਤੋਂ ਡਰਦੇ ਹਾਂ। ਕਾਹਦੇ ਵਾਸਤੇ? ਮਤਲਬ ਸਿਰਫ ਇਹੋ ਹੀ ਚੀਜ਼ ਨਾ ਕਿ ਇੱਕ ਚੀਜ਼ ਮਨ ਵਡਿਆਈ ਦੀ ਆਦਤ ਪੈ ਗਈ, ਸ਼ੁਰੂ ਤੋਂ ਉਹ ਸ਼ੋਭਾ ਸੁਣਨ ਦੀ ਕੰਨਾਂ ਨੂੰ ਆਦਤ ਪੈ ਗਈ ਹੈ। ਇਸ ਕਰਕੇ ਸਾਨੂੰ ਲੱਗਦਾ ਹੈ ਥੋੜ੍ਹਾ ਔਖਾ ਜ਼ਰੂਰ ਹੁੰਦਾ ਹੈ, ਪਰ ਠੀਕ ਹੈ। ਪਹਿਲਾਂ ਤਾਂ ਕਮ ਸੇ ਕਮ ਬਾਹਰੋਂ ਅਸੀਂ ਸ਼ਾਂਤ ਹੋਈਏ, ਅੰਦਰ ਮਨ ਜੇ ਕਰਦਾ, ਹੌਲੀ ਹੌਲੀ ਤੁਸੀਂ ਐਕਸਪੀਰੀਅੰਸ ਕਰੋਗੇ ਕਿ ਅੰਦਰ ਵੀ ਮਨ ਸ਼ਾਂਤ ਹੋ ਜਾਏਗਾ। ਕੋਈ ਨਹੀਂ, ਕੋਈ ਕਹੇਗਾ ਤੁਹਾਨੂੰ ਉਹ ਕਰਦਾ ਪਿਆ, ਕੋਈ ਗੱਲ ਨਹੀਂ ਹੈਗੀ। ਤੁਸੀਂ ਧਿਆਨ ਦੇਣਾ ਹੀ ਛੱਡ ਦੋਗੇ ਉੱਧਰਲੇ ਪਾਸੇ। ਤੇ ਉਹਨੇ ਫਰਮਾਇਆ ਕਿ ਨਿੰਦਾ ਹੋਏ ਤਾਂ ਬੇਕੁੰਠ ਜਾਈਏ, ਨਾਮ ਪਦਾਰਥ ਮਨੇ ਬਸਾਈਏ। ਲੇਕਿਨ ਕਈ ਵਾਰ ਅਸੀਂ ਜਿਹੜੀ ਸੇਵਾ ਦੀ ਗੱਲ ਮੈਂ ਕਰ ਰਿਹਾ, ਸੇਵਾਦਾਰਾਂ ਦੇ ਮਨ ਦੇ ਵਿੱਚ ਵੀ ਕਈ ਵਾਰ ਇਹ ਚੀਜ਼ ਆਉਂਦੀ ਹੈ ਕਿ ਲਓ ਜੀ, ਜਦੋਂ ਕੋਈ ਇਸ ਤਰ੍ਹਾਂ ਕੋਈ ਗੱਲ ਕਰਦਾ ਹੈ, ਅਸੀਂ ਆ ਕੇ ਦੱਸਦੇ ਹਾਂ ਕਿ ਦੇਖੋ ਜੀ ਫਲਾਣੇ ਨੇ ਮੈਨੂੰ ਆਹ ਕਿਹਾ ਹੈ, ਉਹਨੇ ਆਹ ਕਿਹਾ ਹੈ। ਆਪਣੇ ਸਤਿਗੁਰਾਂ ਦੇ ਉੱਤੇ ਉਸ ਚੀਜ਼ ਦਾ ਵਿਸ਼ਵਾਸ ਨੇ, ਆਪਣੇ ਵਿਸ਼ਵਾਸ ਨਹੀਂ ਹੁੰਦਾ ਪੂਰਾ, ਜਾਂ ਅੱਖਾਂ ਦੇ ਉੱਤੇ ਅੱਗੇ ਪੜਦਾ ਪਿਆ ਹੁੰਦਾ, ਸਾਨੂੰ ਉਹ ਚੀਜ਼ ਸਮਝ ਨਹੀਂ ਆਉਂਦੀ ਹੈਗੀ। ਕਿਉਂਕਿ ਜਿਸ ਤਰ੍ਹਾਂ ਹੁਣ ਪਿੱਛੇ ਬਚਨ ਆਏ ਕਿ ਨਿੰਦਾ ਬਾਪ ਨਿੰਦਾ ਮਹਿਤਾਰੀ, ਉਹ ਹਮੇਸ਼ਾ ਮਾਂ ਬਾਪ ਆਪਣੇ ਬੱਚੇ ਦਾ ਭਲਾ ਚਾਹੁੰਦੇ ਆ ਨਾ, ਬੱਚੇ ਦਾ ਭਲਾ ਚਾਹੁੰਦੇ ਆ, ਤੇ ਬਈ ਆਪਣੇ ਬੱਚੇ ਨਾਲ ਪਿਆਰ ਕਰਦੇ ਆ, ਤੇ ਜਿੰਨਾ ਪਿਆਰ ਬਾਹਰ ਉਹਨਾਂ ਨਾਲ ਕਰਦੇ ਆਪਣੇ ਬੱਚਿਆਂ ਨਾਲ, ਇਹਨਾਂ ਦੂਜਿਆਂ ਨਾਲ ਨਹੀਂ ਕਰਦੇ। ਹੁਣ ਲੇਕਿਨ ਡਾਂਟਦੇ ਵੀ ਉਹਨਾਂ ਨੂੰ ਹੀ ਹੈ। ਇੱਕ ਵਾਰੀ ਬੱਚੇ ਖੇਡ ਰਹੇ ਸੀ ਕਿਤੇ, ਤੇ ਘਰ ਦੇ ਅੱਗੇ ਯਾਰ ਦੋਸਤ ਸਾਰੇ ਆਏ, ਬੱਚੇ ਖੇਡ ਰਹੇ ਆ, ਤੇ ਮਾਂ ਨੇ ਦੇਖਿਆ ਬਾਹਰੋਂ ਖਿੜਕੀ ਥਾਣੀ, ਉਹ ਆਈ ਤੇ ਉਹਨੇ ਆ ਕੇ ਘਰੋਂ ਟੌਫੀਆਂ ਜਾਂ ਚੋਕਲੇਟਾਂ ਲਿਆਂਦੀਆਂ, ਸਾਰੇ ਬੱਚਿਆਂ ਨੂੰ ਇੱਕ ਇੱਕ ਚੋਕਲੇਟ ਦਿੱਤੀ, ਆਪਣੇ ਬੱਚੇ ਨੂੰ ਵੀ ਚੋਕਲੇਟ ਦਿੱਤੀ। ਬੜੇ ਬੱਚੇ ਸਾਰੇ ਖੁਸ਼। ਥੋੜ੍ਹੀ ਦੇਰ ਬਾਅਦ ਕੀ ਹੋਈ ਗੱਲ ਕਿ ਉਹ ਬੱਚੇ ਖੇਡਦੇ ਖੇਡਦੇ ਲੜ ਪਏ, ਕਿਸੇ ਨੂੰ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਪਏ ਸੀ, ਕੁਛ ਵੀ ਕਰਦੇ ਪਏ ਸੀ, ਕਰਦੇ ਮਾਰਦੇ ਮੂਰਦੇ ਵੀ ਪਏ ਸੀ। ਮਾਂ ਨੇ ਫਿਰ ਵੇਖਿਆ, ਮਾਂ ਆਈ, ਜਦੋਂ ਆਈ ਤੇ ਆ ਕੇ ਬਾਕੀਆਂ ਕਿਸੇ ਨੂੰ ਕੁਛ ਨਹੀਂ ਕਿਹਾ, ਆਪਣੇ ਬੱਚੇ ਦੇ 2-3 ਥੱਪੜ ਮਾਰੇ ਤੇ ਉਹਨੂੰ ਲੈ ਗਈ ਖਿੱਚ ਕੇ। ਹੁਣ ਉਹ ਜਿਹੜਾ ਟੌਫੀ ਦਿੱਤੀ ਉਹ ਸਾਰਿਆਂ ਨੂੰ ਦਿੱਤੀ ਉਹਨੇ, ਪਰ ਜਿਹੜਾ ਥੱਪੜ ਮਾਰਿਆ ਉਹ ਆਪਣੇ ਬੱਚੇ ਦੇ ਹੀ ਮਾਰਿਆ ਉਹਨੇ। ਉਹ ਜਿਹੜਾ ਹੱਕ ਆ ਉਸ ਬੱਚੇ ਤੇ ਹੀ ਹੈ। ਕਿਸੇ ਦਾ ਬੱਚਾ ਕੋਈ ਸਹੇਗਾ ਕਿਸੇ ਦੀ ਇਸ ਗੱਲ ਨੂੰ? ਉਹ ਨਹੀਂ ਸਹੇਗਾ। ਇਸੇ ਤਰ੍ਹਾਂ ਹੀ ਜੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਇੱਕ ਉਹ ਚੀਜ਼ ਕਰ ਲਈ ਕਿ ਸਾਡੇ ਵੱਲ ਦੀ ਗੱਲ ਨਹੀਂ ਹੋਈ, ਸਾਡੇ ਨੂੰ ਹੀ ਹੋਇਆ, ਤੇ ਬਸ ਜੀ ਇੱਥੇ ਸਾਡਾ ਰਿਸ਼ਤਾ ਕਮਜ਼ੋਰ ਪੈ ਗਿਆ। ਨਹੀਂ, ਆਪਣੇ ਹੀ ਬੱਚੇ ਨੂੰ ਕਿਹਾ ਜਾਂਦਾ ਹੈ, ਆਪਣੇ ਹੀ ਬੱਚੇ ਨੂੰ ਸਵਾਰਨ ਵਾਸਤੇ ਉਹ ਕੋਸ਼ਿਸ਼ ਹੁੰਦੀ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੈਗੀ, ਨਿੰਦਾ ਹੋਏ ਤਾਂ ਬੇਕੁੰਠ ਜਾਈਏ, ਨਾਮ ਪਦਾਰਥ ਮਨੇ ਵਸਾਈਏ। ਕਿ ਸਤਿਗੁਰ ਦਇਆ ਕਿਰਪਾ ਕਰਦੇ ਆ, ਹੌਲੀ ਹੌਲੀ ਕਰਦਿਆਂ ਜਦੋਂ ਮਨ ਜਿਹੜਾ ਆ ਉਸ ਦਸ਼ਾ 'ਚ ਆਉਂਦਾ ਆ ਕਿ ਇਹਨੂੰ ਪ੍ਰਵਾਹ ਛੱਡ ਦਿੰਦਾ ਦੁਨੀਆ ਦੀ,
ਸਾਰੀਆਂ ਗੱਲਾਂ 'ਤੇ ਇਕਾਗਰ ਹੋ ਜਾਂਦਾ ਹੈ ਤੇ ਉਹ ਜਿਹੜਾ ਨਾਮ ਪਦਾਰਥ ਫਿਰ ਹੀ ਅੰਦਰ ਟਿਕੇਗਾ। ਹੁਣ ਅਸੀਂ ਕਈ ਵਾਰ ਅਸੀਂ ਭਜਨ ਸਿਮਰਨ 'ਤੇ ਬੈਠਦੇ ਹਾਂ, ਅਸੀਂ ਧਿਆਨ ਲਗਾਉਣਾ ਚਾਹੁੰਦੇ ਹਾਂ, ਪਰ ਸਾਨੂੰ ਗੱਲਾਂ ਸਾਰੀਆਂ ਜਿਹੜੀਆਂ ਤੁਸੀਂ ਸੋਚੋ ਕਿਹੜੀਆਂ ਯਾਦ ਆਉਂਦੀਆਂ ਨੇ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੋਈ ਸਿਫਤ ਕੀਤੀ, ਉਹ ਭਾਵੇਂ ਨਾ ਆਵੇ ਯਾਦ, ਪਰ ਜੇ ਕਿਸੇ ਨੇ ਕੋਈ ਗਲਤ ਬੋਲਿਆ ਹੈ ਉਹ ਤਾਂ ਮਨ 'ਚ ਜ਼ਰੂਰ ਅੜਕਣਾ ਉਸ ਵੇਲੇ। ਉਹ ਚੀਜ਼ਾਂ ਤਾਂ ਸਾਰੀਆਂ ਯਾਦ ਆਉਣੀਆਂ ਕਿ ਮੈਨੂੰ ਉਹਨੇ ਆਹ ਕਿਹਾ, ਮੈਨੂੰ ਇਸ ਤਰ੍ਹਾਂ ਕੀਤਾ, ਮੈਨੂੰ ਉਸ ਤਰ੍ਹਾਂ ਕੀਤਾ। ਅਤੇ ਜੇ ਇਹ ਚੀਜ਼ਾਂ ਤੁਸੀਂ ਉੱਪਰ ਉੱਠ ਗਏ ਤਾਂ ਆਪਣੇ ਆਪ ਹੀ ਉਹ ਜਿਹੜਾ ਨਾਮ ਹਿਰਦੇ 'ਚ ਵਸੇਗਾ। ਇਸ ਲਈ ਇਹ ਜਿਹੜੀ ਕੋਸ਼ਿਸ਼ ਕਰੀਏ ਕਿ ਇਹਨਾਂ ਚੀਜ਼ਾਂ ਤੋਂ ਸਤਿਗੁਰਾਂ ਨੇ ਫਰਮਾਉਣਾ ਕਿ ਨਿੰਦਿਆ ਪਹਿਰੇ ਦਿਆਰ ਬਿਠਾਈ, ਕੋਈ ਜੀਵ ਦੱਸਣੇ ਨਹੀਂ ਪਾਈ, ਕਿ ਉਹਦੇ ਆਪ ਇਹਨਾਂ ਚੀਜ਼ ਨੂੰ ਕਰਦੇ ਕਿ ਠੀਕ ਹੈ ਕਿ ਫਾਲਤੂ ਦਾ ਕੰਮ ਨਾ ਹੋਵੇ। ਹੁਣ ਕਈ ਵਾਰੀ ਆਪਣੇ ਮਾਤਾ ਪਿਤਾ ਹੀ ਜ਼ਿਆਦਾ ਸਾਨੂੰ ਕਹਿੰਦੇ ਨੇ ਕਿ ਬਈ ਆਹ ਤੂੰ ਪੜ੍ਹਾਈ 'ਚ ਕਮਜ਼ੋਰ ਹੈ, ਤੂੰ ਮੋਬਾਇਲ ਜ਼ਿਆਦਾ ਨਾ ਦੇਖ, ਤੂੰ ਆਹ ਕੰਮ ਨਾ ਜ਼ਿਆਦਾ ਕਰ, ਠੀਕ ਹੈ ਨਾ। ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਹਿੱਤ ਕਰ ਰਹੇ ਨੇ ਤਾਂ ਹੀ ਤੋਂ ਕਹਿ ਰਹੇ ਨੇ ਉਸ ਚੀਜ਼ ਨੂੰ। ਇਸੇ ਤਰ੍ਹਾਂ ਹੀ ਜਿਹੜਾ ਸਤਿਗੁਰਾਂ ਦਾ ਫਰਮਾਇਆ, ਉਹਨੇ ਕਹਿਣਾ ਕਿ ਪਿਤ ਸੇ ਮਾਤਾ 100 ਗੁਣਾ ਸੁਤ ਕੋ ਰਾਖੇ ਪਿਆਰ। ਫਿਰ ਉਹਨਾਂ ਨੇ ਦੱਸਿਆ ਕਿ ਮਾਤਾ ਪਿਤਾ ਨਾਲੋਂ ਮਾਤਾ ਜਿਹੜੀ ਆ, ਇਹਨਾਂ ਨੇ ਕਿਹਾ ਕਿ 100 ਗੁਣਾ, ਫਿਰ ਅੱਗੇ ਕਿਹਾ ਕਿ ਮਾਤਾ ਸੇ ਹਰੀ 100 ਗੁਣਾ। ਹੁਣ ਉਸ ਚੀਜ਼ ਦਾ ਕੋਈ ਹੈ ਹੀ ਨਹੀਂ, ਅੰਦਾਜ਼ਾ ਨਹੀਂ ਕੋਈ ਲਾਇਆ ਜਾ ਸਕਦਾ, ਕਿਉਂਕਿ ਬਾਹਰ ਤੇ ਜਿਹੜੇ ਅਸੀਂ ਸਾਰੇ ਜਿੰਨੇ ਨਾਤੇ ਨੇ, ਅਸੀਂ ਵੀ ਸਾਰੇ ਕੋਈ ਬੱਚੇ, ਕੋਈ ਮਾਂ ਪਿਓ, ਸਾਰੇ ਇੱਥੇ ਬੈਠੇ ਹਾਂ। ਅਸੀਂ ਦੇਖੀਏ ਕਈ ਵਾਰੀ ਅਸੀਂ ਗਲਤ ਡਿਸੀਜ਼ਨ ਵੀ ਅਸੀਂ ਲੈ ਲੈਂਦੇ ਹਾਂ, ਕਦੇ ਵਿੱਚ ਮੋਹ ਦੇ ਵਿੱਚ, ਉਹ ਜਿਹੜੇ ਚਾਹੁੰਦੇ ਖੇਤੀ ਹਾਂ, ਪਰ ਕਈ ਵਾਰੀ ਮੋਹ ਦੇ ਵਿੱਚ ਅਸੀਂ ਕੋਈ ਗਲਤ ਲੈ ਕੇ ਆਪਣੇ ਬੱਚਿਆਂ ਦਾ ਨੁਕਸਾਨ ਕਰ ਲੈਂਦੇ ਹਾਂ। ਪਰ ਜਿਹੜੇ ਜਿਹਨੂੰ ਉਹਨਾਂ ਨੇ ਹਰੀ ਦੀ ਗੱਲ ਕੀਤੀ, ਗੁਰੂ ਦੀ ਗੱਲ ਕੀਤੀ, ਉਹ ਇਸ ਚੀਜ਼ ਤੋਂ ਉੱਪਰ, ਉਹ ਜਿਹੜਾ ਵੀ ਕੰਮ ਕਰਨਗੇ ਸਾਡੇ ਭਲੇ ਲਈ ਹੀ ਹੋਏਗਾ। ਜਦੋਂ ਸਾਡਾ ਇੰਨਾ ਵਿਸ਼ਵਾਸ ਬਣ ਗਿਆ ਤੇ ਫਿਰ ਅਸੀਂ ਕਦੀ ਧੋਖਾ ਨਹੀਂ ਖਾਵਾਂਗੇ ਉਸ ਚੀਜ਼ ਦਾ। ਹਾਂਜੀ। ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਵਸਾਈਐ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਤੋਏ। ਹਾਂਜੀ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਉਹ ਕੀ ਫਰਮਾ ਰਹੇ ਨੇ, ਕਹਿੰਦੇ ਨਿੰਦਕ ਦੀ ਗੱਲ ਤਾਂ ਮੈਂ ਬੜੀ ਚਿੱਤ ਲਾ ਕੇ ਸੁਣਦਾ ਵਾਂ, ਉਹੀ ਅਸਲੀ ਮਿੱਤਰ ਹੈ। ਮਿੱਤਰ ਕਿਉਂ? ਉਹਨਾਂ ਦੀ ਆਪਣਾ ਉਹ ਜਿਹੜਾ ਢੰਗ ਬਦਲਿਆ ਸੋਚਣ, ਕਿਉਂਕਿ ਉਹ ਮਿੱਤਰ ਨੂੰ ਤਾਂ ਕਹਿ ਰਹੇ ਨੇ ਕਿ ਉਹੀ ਸਾਡੇ ਵਾਸਤੇ ਕੋਈ ਨਾ ਕੋਈ ਲੱਭ ਕੇ ਲਿਆਇਆ, ਕੋਈ ਚੀਜ਼ ਜਿਹੜੀ ਆਪਣੇ ਕਿਸੇ ਨੇ ਨਹੀਂ ਲੱਭੀ ਹੈਗੀ। ਇਸ ਕਰਕੇ ਕਹਿੰਦੇ ਮੈਂ ਉਹਦਾ ਚਿੱਤ ਕਰਕੇ ਉਹਦੀ ਗੱਲ ਸੁਣਦਾ ਹੈ ਕਿ ਮੈਨੂੰ ਪਤਾ ਹੈ ਕਿ ਮੈਨੂੰ ਸਵਾਰਨ ਵਾਸਤੇ ਹੀ ਕੁਛ ਨਾ ਕੁਛ ਲੱਭ ਕੇ ਲਿਆਇਆ ਹੋਏਗਾ। ਜਿੰਨਾ ਮਰਜ਼ੀ ਤੁਸੀਂ ਦੇਖਿਆ ਹੋਏਗਾ ਕਿ ਜਿਹੜਾ ਬੰਦਾ ਈਰਸ਼ਾ ਵਾਲਾ ਹੈ ਨਾ, ਈਰਖਾ ਕਰਦਾ ਹੈ, ਨਿੰਦਾ ਉਹੀ ਕਰਦਾ ਹੈ। ਇੱਕ ਬੰਦਾ ਬੜਾ ਕੋਈ ਬਣ ਠਣ ਕੇ ਕੋਈ ਨਿਕਲੇ, ਕੋਈ ਇਸ ਤਰ੍ਹਾਂ ਕਰ, ਕਈ ਵਾਰੀ ਤੁਸੀਂ ਦੇਖਿਆ ਹੈ ਨਾ, ਅਤੇ ਜਿਹੜਾ ਕੋਈ ਈਰਸ਼ਾ ਵਾਲਾ ਹੁੰਦਾ ਨਾ, ਉਹ ਭਾਵੇਂ ਬਾਕੀ ਸਾਰੇ ਉਹਦੀ ਤਾਰੀਫ ਹੀ ਕਰ ਰਹੇ ਹੋਣ, ਕਿਆ ਸੋਹਣਾ ਲੱਗ ਰਿਹਾ, ਕਿਆ ਵਧੀਆ ਹੈ, ਕਿੱਦਾਂ, ਅਤੇ ਉਹਨੇ ਕਹਿ ਦੇਣਾ ਥੋੜ੍ਹਾ ਉੱਚਾ ਜਿਹਾ ਸੂਟ ਪਾਇਆ ਵਾ, ਥੋੜ੍ਹੀ ਜਿਹੀ ਆਹ ਚੀਜ਼ ਵੱਖਰੀ ਲੱਗਣ ਦਈ ਹੈ। ਮਤਲਬ ਉਹਨੇ ਉਹਦੇ ਨਾਲ ਹੀ ਉਹਨੇ ਕੋਈ ਨਾ ਕੋਈ ਚੀਜ਼ ਲੱਭ ਲੈਣੀ ਵਿੱਚੋਂ ਫਿਰ ਵੀ ਉਹਦੇ ਵਿੱਚ। ਇਸ ਕਰਕੇ ਉਹਨੇ ਕਿਹਾ ਕਿ ਉਹਦੀ ਤੇ ਮੈਂ ਗੱਲ ਬੜੀ ਚਿੱਤ ਦੇ ਕੇ ਸੁਣਦਾ ਹੈ, ਅਤੇ ਤੁਹਾਨੂੰ ਵੀ ਉਹ ਸੰਦੇਸ਼ ਹੈ ਸਾਨੂੰ ਸਭ ਨੂੰ ਕਿ ਅਸੀਂ ਵੀ ਉਹਦੀ ਚਿੱਤ ਦੇ ਕੇ ਗੱਲ ਸੁਣੀਏ, ਉਹ ਤੋਂ ਭੱਜੀਏ ਨਾ, ਦੂਰ ਨਾ ਹੋਈਏ। ਉਹ ਸਗੋਂ ਠੀਕ ਹੈ, ਉਹਦੀ ਚਿੱਤ ਦੇ ਕੇ ਗੱਲ ਸੁਣੀਏ ਕਿ ਬਈ ਸਾਨੂੰ ਸਵਾਰਨ ਵਾਸਤੇ ਹੀ ਕੋਈ ਗੱਲ ਲੱਭੀ ਹੋਏਗੀ ਉਹਨੇ ਕੋਈ, ਠੀਕ ਹੈ ਨਾ। ਉਹਨੇ ਕਿਹਾ ਕਿ ਹਿਰਦੇ ਸੁੱਧ ਜੋ ਨਿੰਦਾ ਹੋਏ, ਹਿਰਦਾ ਜਿਹੜਾ ਆ ਸਾਡੇ ਅੰਦਰ ਜਿਸ ਤਰ੍ਹਾਂ ਕਹਿੰਦੇ ਕਿ ਜਦੋਂ ਅਸੀਂ ਉਹਦੀਆਂ ਸੁਣਨ ਕਰਾਂਗੇ ਤਾਂ ਬਈ ਆਪਣੇ ਆਪ ਦਇਆ ਹੋਏਗੀ ਸਤਿਗੁਰਾਂ ਦੀ ਵੀ, ਕਿ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਸੁਣ ਪਾਵਾਂਗੇ, ਔਰ ਨਾਲ ਨਾਲ ਸਾਡੀਆਂ ਮੈਲਾਂ ਜਿਹੜੀਆਂ ਉਤਰਦੀਆਂ ਜਾਣਗੀਆਂ, ਅਤੇ ਜਿਹੜਾ ਮਨ ਵੀ, ਜਿਹੜਾ ਹਿਰਦਾ ਵੀ ਜਿਹੜਾ ਵੱਡਾ ਹੁੰਦਾ ਜਾਏਗਾ।
ਗੁਰੂ ਮਹਾਰਾਜ ਮੈਨੂੰ ਕਈ ਵਾਰੀ ਦੱਸਿਆ ਸਤਿਗੁਰਾਂ ਨੇ ਫਰਮਾਉਣਾ ਕਈ ਵਾਰ ਕਿ ਵੀ ਐਡਾ ਵੱਡਾ ਦਿਲ ਚਾਹੀਦਾ। ਗੁਰੂ ਮਹਾਰਾਜ ਕਹਿਣਾ ਗੁਰੂ ਮਹਾਰਾਜ ਦੇ ਬੱਚਿਆਂ ਦਾ ਤਾਂ ਐਡਾ ਵੱਡਾ ਦਿਲ ਚਾਹੀਦਾ ਹੈ। ਠੀਕ ਹੈ ਨਾ। ਉਹ ਆਪਣੇ ਆਪ ਹੀ ਜਦੋਂ ਅਸੀਂ ਉਹ ਕੰਮ ਕਰਾਂਗੇ ਤਾਂ ਸਤਿਗੁਰ ਤਾਕਤ ਬਖਸ਼ਦੇ ਜਾਣਗੇ। ਤੇ ਉਹਨੇ ਫਰਮਾਇਆ ਕਿ ਹਮਰੇ ਕੱਪੜੇ ਨਿੰਦਕ ਧੋਏ। ਉਹ ਮੈਲ ਤੇ ਉਹ ਧੋਈ ਜਾਂਦਾ ਆਪੇ ਹੀ, ਸਾਡੇ ਕਰਮ ਉਹ ਚੁੱਕੀ ਜਾਂਦਾ। ਜੇ ਕੋਈ ਕਰਮ ਕੋਈ ਹੁੰਦੇ ਆ, ਕੋਈ ਕਿਸੇ ਵੇਲੇ ਸਾਡੇ ਕੋਲ ਗਲਤ ਮਲਤ, ਤੇ ਬਈ ਸਤਿਗੁਰ ਕਈ ਗੁਰੂ ਮਹਾਰਾਜ ਨੇ ਕਈ ਵਾਰੀ ਫਰਮਾਉਣਾ ਬੜੇ ਕਰਮ ਜਿਹੜੇ ਨੇ ਉਹ ਨਿੰਦਿਆ ਕਰਾ ਕੇ ਸਾਡੇ ਲਾ ਦਿੰਦੇ ਨੇ। ਇੱਕ ਵਾਰੀ ਸੁਣਾਇਆ ਸੀ ਨਾ ਕਿ ਉਹ ਰਾਜਾ ਸੀ ਤੇ ਉਹਦੇ ਘਰ ਕੋਈ ਜਿਸ ਤਰ੍ਹਾਂ ਬਾਕੀ ਸਾਰੇ ਮੰਗਣ ਵਾਸਤੇ ਆਉਂਦੇ ਆ, ਉਹ ਬੜਾ ਤਗੜਾ ਨਿੰਦਕ ਸੀ, ਮਤਲਬ ਕਿ ਬੜਾ ਇਹ ਕਰ ਦਿੰਦਾ ਵਿਹਲੇ ਲੱਗੇ ਇੱਦਾਂ ਉੱਦਾਂ ਕਰਦੇ ਆ। ਤੇ ਇੱਕ ਵੈਸੇ ਤੋਂ ਕੋਈ ਡਰਦਾ ਹੁੰਦਾ ਹੀ ਨਹੀਂ ਸੀ ਉਹਦੇ ਕੋਲ। ਇੱਕ ਦਿਨ ਕੋਈ ਮਹਾਤਮਾ ਆ ਗਏ ਤੇ ਉਹਨੇ ਆਪਣਾ ਜਿਸ ਤਰ੍ਹਾਂ ਭਿਕਸ਼ਾ ਵਾਸਤੇ ਆਪਣਾ ਮੰਗਿਆ ਤੇ ਕੋਈ ਆਵਾਜ਼ ਦਿੱਤੀ ਤੇ ਉਹ ਜਿਹੜਾ ਸੀ ਰਾਜਾ ਉਹ ਆਪਣੇ ਤਬੇਲੇ 'ਚ ਉਦੋਂ ਫੇਰਾ ਮਾਰਦਾ ਪਿਆ ਸੀ। ਤੇ ਉੱਥੇ ਤਬੇਲੇ 'ਚ ਘੋੜਿਆਂ ਦੀ ਲਿੱਧ ਹੁੰਦੀ ਹੈ। ਉਹਨੇ ਕੀ ਕੀਤਾ ਕਿ ਲਿੱਧ ਫੜੀ ਤੇ ਇੱਦਾਂ ਕਰਕੇ ਉਹਦੇ ਕਟੋਰੇ 'ਚ ਪਾ ਦਿੱਤੀ, ਨਾਲ ਕੁਝ ਗਲਤ ਮਲਤ ਬੋਲਿਆ। ਪਰ ਉਹ ਸੀ ਉਹਨਾਂ ਨੇ ਹੱਸ ਕੇ ਮੁਸਕਰਾ ਕੇ ਲੈ ਗਏ। ਚਲੋ ਇੱਕ ਦੱਸਿਆ ਸਮਝਾਉਣ ਵਾਸਤੇ ਕਿ ਇੱਕ ਟਾਈਮ ਆਇਆ ਉਹ ਰਾਜਾ ਸ਼ਿਕਾਰ ਖੇਡਣ ਗਿਆ ਜੰਗਲ ਦੇ ਵਿੱਚ। ਉਹਨੇ ਵੇਖਿਆ ਕਿ ਜੰਗਲ ਦੇ ਵਿੱਚ ਐਡਾ ਵੱਡਾ ਲਿੱਧ ਦਾ ਢੇਰ ਲੱਗਾ। ਤੇ ਉਹ ਕਹਿੰਦਾ ਕਿ ਇੱਥੇ ਤੇ ਕੋਈ ਇੰਨੀ ਸੈਨਾ ਕਿੱਥੋਂ ਆ ਗਈ, ਮਤਲਬ ਕੋਈ ਸ਼ਾਇਦ ਮੇਰੇ ਹਮਲਾ ਕਰਨ ਵਾਸਤੇ ਕੋਈ ਇੰਨੀ ਕਿ ਜਿਹੜਾ। ਤੇ ਕਰਦਿਆਂ ਕਰਦਿਆਂ ਖੋਜ ਪਤਾ ਲੱਗਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਹੈ, ਇੱਥੇ ਤੇ ਇੱਕ ਦੀ ਮਹਾਤਮਾ ਦੀ ਕੁਟੀ। ਉਹਨੂੰ ਪੁੱਛਿਆ ਜਾ ਕੇ ਕਿ ਆਹ ਕਿਸ ਤਰ੍ਹਾਂ। ਉਹ ਕਹਿੰਦੇ ਉਹੀ ਲਿੱਧ ਜਿਹੜੀ ਤੂੰ ਮੈਨੂੰ ਦਿੱਤੀ ਸੀ। ਤੇ ਉਹ ਕਹਿੰਦਾ ਇਹ ਵੱਧਦੀ ਪਈ ਹੈ ਦਿਨੋਂ ਦਿਨ, ਇਹ ਤੈਨੂੰ ਹੀ ਲੈਣੀ ਪੈਣੀ ਹੈ। ਜਦੋਂ ਅਸੀਂ ਕੋਈ ਬੀਜ ਬੀਜਦੇ ਹਾਂ ਤੇ ਉਹ ਬੀਜ ਵੱਧ ਕੇ ਮਿਲਦਾ। ਕੋਈ ਵੀ ਬੀਜ ਆ ਇੱਕ ਬੀਜ ਬੇਲਦਾ ਕਿੰਨੇ ਮੁੱਚ ਬਣ ਜਾਂਦੇ ਨੇ। ਜਦੋਂ ਅਸੀਂ ਉਹ ਕੰਮ ਕਰਦੇ ਹਾਂ ਤੇ ਉਹ ਚੀਜ਼ ਸਾਨੂੰ ਕਰਨੀ ਪੈਂਦੀ ਹੈ। ਫਿਰ ਉਹਨੇ ਜਦੋਂ ਉਹਨੇ ਕਿਹਾ ਕਿ ਇਹ ਦੇਖ ਵੀ ਇਹ ਤੇਰੇ ਵਾਸਤੇ ਹੀ ਹੈ, ਤੇਰਾ ਹੀ ਉਹ ਚੀਜ਼ ਆ ਤੇ ਤੈਨੂੰ ਹੀ ਇਹ ਮਿਲਣੀ ਆ ਜਦੋਂ ਇਸ ਤਰ੍ਹਾਂ ਕਰਕੇ। ਤੇ ਉਹ ਕਹਿਣ ਲੱਗਾ ਕਿ ਇਹ ਤੇ ਇੰਨੀ ਵੱਧ ਕੀ ਕਹਿੰਦੇ ਇੰਨਾ ਟਾਈਮ ਤੇ ਵਧੀ ਜਾਣੀ ਹੈ। ਚਲੋ ਉਹਨੂੰ ਜੋ ਵੀ ਉਹਨੇ ਗੱਲ ਸਮਝਾਈ, ਮਨ ਬੰਦਾ ਇਹ ਡਰ ਗਿਆ। ਕਹਿੰਦਾ ਮਹਾਰਾਜ ਕਿੱਦਾਂ ਫਿਰ ਛੁਟਕਾਰਾ ਹੋਏਗਾ, ਕਿੱਦਾਂ ਇਹ ਹੁਣ। ਉਹ ਕਹਿੰਦੇ ਤੈਨੂੰ ਹੀ ਇਹ ਖਾਣੀ ਪੈਣੀ ਹੈ ਸਾਰੀ, ਤੂੰ ਮੈਨੂੰ ਖਾਣ ਵਾਸਤੇ ਦਿੱਤੀ ਸੀ ਨਾ, ਤੇ ਮੈਂ ਤਾਂ ਲੈਣ ਦੀ ਹੁਣ ਤੇ ਇਹ ਬਈ ਤੇਰੇ ਵਾਸਤੇ ਹੀ ਹੈ ਸਾਰੀ ਚੀਜ਼। ਰਾਜਾ ਘਬਰਾ ਗਿਆ, ਕਹਿਣ ਲੱਗਾ ਕਿ ਬਈ ਕਿਸ ਤਰ੍ਹਾਂ ਫਿਰ ਇਹ ਹੁਣ ਕੋਈ ਹੱਲ ਵੀ ਦੱਸੋ ਇਹਦਾ ਮੈਨੂੰ। ਤੇ ਉਹਨੇ ਦੱਸਿਆ ਕਿ ਕੋਈ ਐਸਾ ਕੰਮ ਕਰ ਜਿਹੜੀ ਤੇਰੀ ਨਿੰਦਿਆ ਹੋਵੇ। ਤੂੰ ਬੜੇ ਜਿਹੜੀ ਸਾਧੂ ਸੰਤਾਂ ਬੜੀ ਨਿੰਦਿਆ ਕਰਦਾ ਜਾਂ ਇਸ ਤਰ੍ਹਾਂ ਕਰਕੇ, ਤੇ ਇਹ ਸਾਰੇ ਉਹ ਪਾਪ ਜਿਹੜਾ ਤੇਰਾ ਵੱਧਦਾ ਪਿਆ ਉਸ ਰੂਪ ਦੇ ਵਿੱਚ, ਕੋਈ ਐਸਾ ਹੋਏਗਾ ਤੇ ਫਿਰ ਘਟੇਗੀ। ਫਿਰ ਚਲੋ ਜੋ ਵੀ ਹੋਇਆ ਅੱਗੇ ਕਈ ਵਾਰੀ ਸੁਣਾਇਆ ਹੈ ਕਿ ਅੱਗੇ ਜਿਸ ਤਰ੍ਹਾਂ ਫਿਰ ਰਾਜੇ ਨੇ ਉਸ ਤਰ੍ਹਾਂ ਦੇ ਕੋਈ ਭੇਸ ਬਣਾ ਜੋ ਉਹਨਾਂ ਨੇ ਹੱਲ ਦੱਸਿਆ ਉਸ ਤਰ੍ਹਾਂ ਕੀਤਾ। ਚਾਰੇ ਪਾਸੇ ਉਸ ਰਾਜੇ ਦੀ ਥੂ ਥੂ ਹੋਣ ਲੱਗ ਪਈ, ਕਰਮ ਹੋਣ ਲੱਗ ਪਿਆ। ਔਰ ਉੱਧਰੋਂ ਜਿਹੜਾ ਲਿੱਧ ਵਾਲਾ ਢੇਰ ਵੀ ਜਿਹੜਾ ਘਟੀ ਗਿਆ ਨਾਲ। ਹੁਣ ਇਸੇ ਤਰ੍ਹਾਂ ਹੀ ਕਈ ਵਾਰ ਸਤਿਗੁਰ ਹੀ ਐਸਾ ਕੰਮ ਆਪਣੇ ਬੱਚਿਆਂ ਦੇ ਹਿੱਤ ਵਾਸਤੇ ਕੀ ਕਰਦੇ ਆ, ਤੇ ਸਾਨੂੰ ਉਹ ਵੀ ਲੱਗਦਾ ਕਿ ਲਓ ਜੀ ਦੇਖੋ ਜੀ ਸਾਡੀ ਸਮਝ 'ਚ ਨਹੀਂ ਆਉਂਦੀ ਉਹ ਚੀਜ਼। ਬਾਕੀ ਅਸੀਂ ਕਹਿ ਦਿੰਦੇ ਨਾ ਕਈ ਵਾਰ ਕੋਈ ਕਰਮ ਹੋ ਜਾਂਦਾ, ਕੋਈ ਐਸਾ ਕੋਈ ਰਸਤੇ 'ਚ ਜਾ ਰਹੇ ਹਾਂ ਕੋਈ ਐਕਸੀਡੈਂਟ ਹੋ ਜਾਂਦਾ ਛੋਟਾ ਮੋਟਾ, ਕੋਈ ਟਾਇਰ ਪੈਂਚਰ ਹੋ ਜਾਂਦਾ, ਅਸੀਂ ਕਹਿੰਦੇ ਉਹ ਪਤਾ ਨਹੀਂ ਕਿੱਡਾ ਕੁ ਵੱਡਾ ਕਰਮ ਸੀ ਗੁਰੂ ਮਹਾਰਾਜ ਨੇ ਘਟਾ ਦਿੱਤਾ, ਇਹਦੇ 'ਚ ਟਾਲ ਦਿੱਤਾ। ਤਿਲ ਕੇ ਡਿੱਗ ਪੈਂਦੇ ਆ, ਕੋਈ ਛੋਟੀ ਜਿਹੀ ਕੋਈ ਚੋਟ ਲੱਗ ਜਾਂਦੀ ਆ, ਇਹ ਪਤਾ ਨਹੀਂ ਕਿੱਡਾ ਵੱਡਾ ਕਰਮ ਸੀ ਗੁਰੂ ਮਹਾਰਾਜ ਨੇ ਥੋੜ੍ਹੇ 'ਚ ਭੁਗਤਾ ਦਿੱਤਾ, ਵੀ ਫਰਕ ਪੈ ਗਿਆ। ਹਰ ਤਰ੍ਹਾਂ ਸਤਿਗੁਰ ਬੜੇ ਉਹਨਾਂ ਕੋਲ ਢੰਗ ਨੇ, ਜਿਸ ਤਰੀਕੇ ਨਾਲ ਉਹ ਸਮਝਦੇ ਨੇ ਤੇ ਉਸ ਤਰੀਕੇ ਨਾਲ ਕਰਦੇ ਨੇ। ਪਰ ਜਦੋਂ ਅਸੀਂ ਗਿਲਾ ਸ਼ਿਕਵਾ ਕਰਦੇ ਹਾਂ ਤੇ ਸਗੋਂ ਉਹ ਚੀਜ਼ਾਂ ਉਲਟ ਸਗੋਂ ਹੋਰ ਵੱਧਦੀਆਂ ਨੇ। ਜੇ ਅਸੀਂ ਸ਼ੁਕਰਾਨਾ ਕਰੀਏ ਉਸ ਚੀਜ਼ ਦਾ ਕਿ ਪਤਾ ਨਹੀਂ ਕੀ ਕੀ ਹੋਣਾ ਸੀ, ਕੀ ਸਤਿਗੁਰਾਂ ਨੇ ਕਿੰਨੀ ਦਇਆ ਕੀਤੀ ਹੈ, ਤੇ ਮਨ ਨੂੰ ਸ਼ਾਂਤੀ ਵੀ ਮਿਲੇਗੀ ਔਰ ਬਈ ਉਹ ਜਿਹੜਾ ਕਰਮ ਵੀ ਜਿਹੜਾ ਆ ਉਹ ਸਾਰਾ ਭੁਗਤ ਜਾਏਗਾ। ਇਸ ਕਰਕੇ ਹੋਇਆ ਕਿ ਹਮਰੇ ਕੱਪੜੇ ਨਿੰਦਕ ਧੋਏ। ਇਸ ਗੱਲ ਦੀ ਸੇਵਾ 'ਚ ਪਰਵਾਹ ਨਾ ਕਰੀਏ, ਜਿਹੜਾ ਕਰਦਾ ਹੈ ਉਹ ਕਰਦਾ ਰਹੇ। ਕਹਿ ਜੋ ਕਹਿੰਦੀ ਹੈ ਦੁਨੀਆ ਕਹਿੰਦੀ ਰਹੇ, ਸਾਨੂੰ ਦਇਆ ਗੁਰਾਂ ਦੀ ਪੈਂਦੀ ਰਹੇ। ਸਤਿਗੁਰਾਂ ਦੀ ਦਇਆ ਕਿਰਪਾ ਚਾਹੀਦੀ ਹੈ, ਉਹਨਾਂ ਦੀ ਖੁਸ਼ੀ ਚਾਹੀਦੀ ਹੈ। ਲੋਕਾਂ ਕੋਲ ਬੱਲੇ ਬੱਲੇ ਕਿਉਂਕਿ ਲੋਕੀ ਕਿੰਨੇ ਕੁ ਅੱਖ ਵਾਲੇ ਨੇ ਕਿ ਜਿਹੜੇ ਉਹ ਕਰਨਗੇ ਉਸ ਚੀਜ਼ ਨੂੰ। ਔਰ ਖਾਸ ਕਰਕੇ ਮੈਂ ਕਈ ਵਾਰੀ ਕਹਿ ਕੇ ਜਦੋਂ ਅਸੀਂ ਉਧਰ ਨੂੰ ਚੱਲਦੇ ਹਾਂ ਸੱਚੇ ਰਸਤੇ 'ਤੇ ਚੱਲਦੇ ਹਾਂ ਤੇ ਬਈ ਬੜਿਆਂ ਲੋਕਾਂ ਨੂੰ ਤਕਲੀਫ ਹੁੰਦੀ ਹੈ, ਬੜੀਆਂ ਚੀਜ਼ਾਂ ਹੁੰਦੀਆਂ ਨੇ। ਉਹਦੀ ਪਰਵਾਹ ਛੱਡ ਕੇ ਆਪਣੀ ਡਿਊਟੀ ਆਪਣਾ ਉਸ ਚੀਜ਼ ਵੱਲ ਸੱਚੇ ਮਨ ਨਾਲ ਚੱਲੀਏ ਤੇ ਬਈ ਸਤਿਗੁਰਾਂ ਦੀ ਦਇਆ ਕਿਰਪਾ ਹੁੰਦੀ ਹੈ ਤੇ ਹੌਲੀ ਹੌਲੀ ਆਪਣੇ ਆਪ ਹੀ ਇਹ ਚੀਜ਼ਾਂ ਸਤਿਗੁਰ ਖਤਮ ਕਰ ਦਿੰਦੇ ਨੇ। ਹਾਂਜੀ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ
हमारा चीत। निंदक सो जो निंदा हो रे, हमरा जीवन निंदक लो रे। हाँ जी। निंदा हमरी प्रेम प्यार, निंदा हमरा करे उदार। हाँ जी। जन कबीर को निंदा सार, निंदक डूबा हम उतरे पार। ਰਾਧਾ ਸਵਾਮੀ। ਹੁਣ ਦੇਖੋ ਸਾਰਾ ਹੀ ਸਾਰਾ ਦਾ ਦੱਸ ਦਿੱਤਾ ਨਮਾਇਆ कि निंदा करे सो हमरा मीत, निंदक माहे हमारा चीत। निंदक सो जो निंदा हो रे, हमरा जीवन निंदक लोड़े। कि क्या निंदा हमरी प्रेम प्यार, निंदा हमरा करे उधार। जन कबीर को निंदा सार, निंदक डूबा हम उतरे पार। ਹੁਣ ਜੇ ਸਤਿਗੁਰਾਂ ਦੀ ਰਜ਼ਾ ਦਾ ਪਤਾ ਹੀ ਉੱਦਾਂ ਕਹਿੰਦੇ ਆ, ਜੋ ਹੁੰਦਾ ਗੁਰੂ ਦੀ ਮੌਤ 'ਚ ਹੀ ਹੁੰਦਾ ਹੈ, ਜੋ ਹੁੰਦਾ ਹੈ। ਮੈਂ ਕਹਿੰਦਾ ਹੈ ਕਿ ਸਗੋਂ ਜਿਨ੍ਹਾਂ ਦੀ ਹੁੰਦੀ ਹੈ ਉਹ ਸ਼ੁਕਰਾਨਾ ਕਰਨ ਹੋਰ, ਕਿ ਮੁਫਤ 'ਚ ਬੈਠਿਆਂ। ਕਈ ਵਾਰੀ ਸਾਡੇ ਕੋਲ ਕਈ ਉਹੀ ਹੁੰਦੇ ਆ ਨਾ, ਕਿ ਜਿਸ ਤਰ੍ਹਾਂ ਕਿਹਾ ਕਿ ਮਾਤਾ ਪਿਤਾ ਆਪਣੇ ਬੱਚੇ ਦਾ ਪਿਆਰ ਕਰਦੇ ਨੇ, ਅਤੇ ਉਹਦੀਆਂ ਹੀ ਚੀਜ਼ਾਂ ਜਿਹੜੀਆਂ ਨੇ, ਜਿਹੜੀ ਕੋਈ ਉਹਨੂੰ ਕੋਈ ਮੈਲ ਲੱਗੀ ਆ ਉਹਨੂੰ ਜਲਦੀ ਉਤਾਰ ਦਿੰਦੇ ਨੇ। ਕਈ ਵਾਰ ਸਾਡੇ ਕੋਲ ਵੀ ਗਲਤੀਆਂ ਹੁੰਦੀਆਂ ਨੇ, ਕਈ ਚੀਜ਼ਾਂ ਸਾਡੇ ਕੋਲ ਵੀ ਹੁੰਦੀਆਂ ਨੇ। ਹੁਣ ਪਿੱਛੇ ਵੀ ਜਿਹੜੇ ਵਚਨ ਆਏ ਕਿ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਹੁਣ ਅਸੀਂ ਜਿਸ ਰਸਤੇ 'ਤੇ ਚੱਲ ਰਹੇ ਜਿਹੜੇ ਵਾਸਤੇ, ਉੱਥੇ ਜਿੰਨਾ ਹਲਕਾ ਹੋਵਾਂਗੇ ਓਨਾ ਹੀ ਵਧੀਆ ਹੈ। ਹੁਣ ਉਹ ਜਿਹੜਾ ਭਾਰ ਹੈ ਜਿਹੜਾ, ਉਹ ਕਹਿੰਦੇ ਆ ਕਿ ਨਿੰਦਕ ਚੁੱਕਦੇ ਨੇ, ਨਿੰਦਕ ਸਾਡਾ ਭਾਰ ਵਡਾਉਂਦਾ। ਜਿਹੜੇ ਕਰਮ ਨੇ ਮਾੜੇ, ਜਾਂ ਜਿਹੜੇ ਵੀ ਅਸੀਂ ਕੋਈ ਕੀਤੇ, ਸਾਡੇ ਕੋਲ ਕੋਈ ਗਲਤੀਆਂ ਹੋਈਆਂ, ਅਤੇ ਬਈ ਸਗੋਂ ਹੁਣ ਦੇਖੋ ਓਨੀ ਭਗਤੀ ਸਾਡੇ ਕੋਲ ਨਹੀਂ ਹੁੰਦੀ, ਓਨਾ ਜਿਹੜਾ ਚੀਜ਼ ਚਾਹੀਦੀ ਨਹੀਂ ਹੁੰਦੀ, ਕਰਮ ਤਾਂ ਸਾਡੇ ਆ। ਅਤੇ ਉਹਨਾਂ ਨੇ ਇੱਕ ਜ਼ਰੀਆ ਬਣਾ ਦਿੱਤਾ। ਇੱਕ ਹੋਰ ਵੀ ਵਿਸ਼ੇ ਸੁਣਾਈ ਸੀ ਨਾ, ਕਿ ਉਹ ਰਾਜੇ ਨੇ ਯੱਗ ਲਾਇਆ ਸੀ। ਉਹ ਯੱਗ ਲਾਇਆ ਸੀ, ਅਤੇ ਉਹ ਲਾਇਆ ਤਾਂ ਆਪਣੇ ਭਲੇ ਵਾਸਤੇ, ਉਹ ਦੁਨੀਆ ਵਾਸਤੇ, ਕਿ ਠੀਕ ਹੈ ਜੀ ਸਭ ਨੂੰ। ਅਤੇ ਉੱਥੇ ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਨੇ ਭੋਜ ਕਰਵਾਉਣ ਵਾਸਤੇ, ਅਤੇ ਉਹ ਕੋਈ ਬਾਜ ਜਾਂ ਕੋਈ ਇੱਲ ਚੀਲ ਜੋ ਵੀ ਉੱਪਰੋਂ ਉੱਡਦੀ ਜਾ ਰਹੀ, ਸੱਪ ਨੂੰ ਹੱਥ ਫੜਿਆ ਸੀ ਪੰਜਿਆਂ 'ਚ ਉਹਨੇ। ਸੱਪ ਜ਼ਖਮੀ ਸੀ, ਉੱਡਦਾ ਜਾ ਰਹੀ। ਉਹ ਜਿਸ ਤਰ੍ਹਾਂ ਜਿੱਥੇ ਉਹ ਹਲਵਾਈ ਬਣਾ ਰਹੇ ਸੀ ਖਾਣਾ, ਉੱਪਰੋਂ ਦੀ ਜਾ ਰਹੇ ਸੀ, ਅਤੇ ਉਹ ਕਿਤੇ ਜ਼ਹਿਰ ਦੀ ਬੂੰਦ ਕੋਈ ਖਾਣੇ ਦੇ ਵਿੱਚ ਪੈ ਗਈ, ਖਾਣੇ 'ਚ ਪੈ ਗਈ। ਹੁਣ ਪਤਾ ਕਿਸੇ ਨੂੰ, ਉਹ ਤਾਂ ਬੜੇ ਪਿਆਰ ਦੇ ਨਾਲ ਖਾਣਾ ਬਣਾ ਰਹੇ ਸੀ ਜਿਹੜੇ ਸੀ ਕਰਨ ਵਾਲੇ, ਉਹ ਵਿੱਚ ਕੋਈ ਜ਼ਹਿਰ ਦੀ ਬੂੰਦ ਪੈ ਗਈ। ਜਦੋਂ ਉਹਨਾਂ ਨੇ ਲੰਗਰ ਲਗਾਇਆ, ਜਦੋਂ ਜਿਹੜੇ ਬ੍ਰਾਹਮਣਾਂ ਨੇ ਖਾਧਾ, ਉਹ ਸਾਰੇ ਖਤਮ ਹੋ ਗਏ। ਹੁਣ ਉਹ ਪਤਾ ਨਾ ਲੱਗੇ, ਕਾਫੀ ਬੰਦੇ ਜਿਹੜੇ ਸੀ ਖਤਮ ਹੋ ਗਏ। ਥੱਲੇ ਵੀ ਸਾਰੇ ਪਾਸੇ ਹਾਹਾਕਾਰ ਮਚ ਗਈ, ਉੱਪਰ ਵੀ ਉਹਦੀ ਯਮ ਦੀ ਅਦਾਲਤ ਵੀ ਲੱਗੀ। ਉਹ ਕਹਿਣ ਲੱਗੇ ਕਿ ਦੱਸੋ ਜੀ ਹੁਣ ਇਹ ਕਿਹਦਾ ਕਰਮ ਹੈ। ਜਿਹੜੇ ਹਲਵਾਈ ਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ, ਉਹ ਤਾਂ ਆਪਣੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸੇਵਾ ਕਰ ਰਹੇ ਸੀ, ਬੜੀ ਤਰੀਕੇ ਦੇ ਨਾਲ, ਉਹਨਾਂ ਨੂੰ ਵੀ ਨਹੀਂ ਪਤਾ। ਪਰ ਲੋਕੀ ਤਾਂ ਕਈ ਕਹਿ ਹੀ ਰਹੇ ਸੀ ਨਾ। ਜਿਹੜਾ ਰਾਜਾ ਸੀ, ਕੁਝ ਰਾਜੇ ਨੂੰ ਮਾੜਾ ਕਹਿ ਰਹੇ ਸੀ ਕਿ ਰਾਜੇ ਨੇ ਪਤਾ ਨਹੀਂ ਕੋਈ ਚਾਲ ਖੇਡੀ ਏ ਸਾਰਿਆਂ ਨੂੰ ਮਰਵਾਉਣ ਦੀ, ਇਸ ਕਰਕੇ। ਕੁਝ ਰਾਜੇ ਨੂੰ ਮਾੜਾ ਕਹਿ ਰਹੇ ਸੀ, ਕੁਝ ਕਿਸ ਤਰ੍ਹਾਂ ਨਾਲ। ਉਧਰ ਧਰਮਰਾਜ ਦੇ ਵੀ ਉੱਥੇ ਕਹਿ ਰਹੇ ਸੀ ਕਿ ਹੁਣ ਦੱਸੋ ਕਿ ਕਰਮ ਕਿਹਦਾ ਹੈ। ਲਿਖਣ ਵਾਲੇ ਜਿਹੜੇ ਅਸੀਂ ਪੁੱਛ ਰਹੇ ਸੀ ਕਿ ਇਹ ਕਿਹਦੇ ਖਾਤੇ 'ਚ ਪਏਗਾ, ਕਿ ਰਾਜੇ ਨੇ ਤਾਂ ਚੰਗੇ ਵਾਸਤੇ ਸਭ ਕੁਝ ਕੀਤਾ ਸੀ, ਉਹ ਤਾਂ ਸਗੋਂ ਸੇਵਾ ਕਰਨਾ ਚਾਹੁੰਦਾ ਸੀ, ਅਤੇ ਉਹਦਾ ਵੀ ਮਾੜਾ ਕਰਮ ਨਹੀਂ ਲਿਖ ਸਕਦੇ। ਹਲਵਾਈ ਜਿਹੜੇ ਉਹ ਆਪਣਾ ਕੰਮ ਕਰ ਰਹੇ ਨੇ, ਉਹ ਜਿਹੜਾ ਜਾਨਵਰ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਪਤਾ, ਉਹ ਤਾਂ ਆਪਣਾ ਭੋਜਨ ਲੈ ਕੇ ਜਾ ਰਿਹਾ, ਜੋ ਉਹਦੇ ਲਿਖਿਆ ਹੈ ਉਹਦਾ ਵੀ ਨਹੀਂ ਕੋਈ ਬਣਿਆ ਕਰਮ, ਫਿਰ ਕਿਹਦਾ ਹੈ। ਧਰਮ ਕਹਿਣ ਲੱਗੇ, ਕਹਿੰਦੇ ਰੁਕ ਜਾਓ ਜੇ, ਕੋਈ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਕਹਿੰਦੇ ਨਾ ਕੇਸ ਪੈਂਡਿੰਗ ਪਾ, ਕੋਈ ਗੱਲ ਨਹੀਂ, ਦੱਸ ਦੇਵਾਂਗੇ। ਇਸ ਤਰ੍ਹਾਂ ਟਾਈਮ ਲੰਘਿਆ, ਥੋੜ੍ਹਾ ਟਾਈਮ ਲੰਘਿਆ, ਅਤੇ ਇੱਕ ਦਿਨ ਰਾਜੇ ਦੇ ਜਿਹੜੇ ਕੋਈ ਨਾਲ ਸੀ, ਰਾਜਾ ਉਦਾਸ ਬੜਾ ਰਹਿਣ ਲੱਗਾ, ਬੜਾ ਉਹਨੇ ਪਛਤਾਪ ਕਰਨਾ ਕਿ ਦੇਖੋ ਜੇ ਮੈਂ ਨਾ ਲਾਉਂਦਾ, ਨਾ ਕਰਦਾ, ਮੈਂ ਤਾਂ ਚੰਗੇ ਲਈ ਕੀਤਾ ਸੀ, ਪਰ ਇਹ ਕਿਉਂ ਹੋ ਗਿਆ। ਬੜਾ ਮਤਲਬ ਵਿਚਾਰਾ ਸੋਚਦਾ ਸੀ। ਅਤੇ ਉਹਦੇ ਕੋਈ ਗੁਰੂ ਨੇ ਸਲਾਹ ਦਿੱਤੀ ਕਿ ਤਾਂ ਚਲੋ ਤੂੰ ਤਾਂ ਮਾੜਾ ਨਹੀਂ ਸੀ ਕੀਤਾ, ਤੂੰ ਤਾਂ ਚੰਗੇ ਵਾਸਤੇ ਹੀ ਕੀਤਾ ਸੀ ਨਾ, ਅਤੇ ਚਲੋ ਅਸੀਂ ਆਪਣਾ ਕਰਮ ਕਿਉਂ ਛੱਡੀਏ।
ਤੇ ਤੂੰ ਆਪਣਾ ਕਰਮ ਕਰ, ਤੂੰ ਅੱਗੇ ਵੀ ਹਰ ਸਾਲ ਜਾ ਕੇ ਲਾਉਣਾ ਜਾਂ ਕਰਦਾ ਹੈ, ਤੇ ਹੁਣ ਤੂੰ ਹੋਰ ਵੱਡਾ ਲਾ, ਤੇ ਤੂੰ ਕੋਈ ਗੱਲ ਨਹੀਂ ਆਪਣਾ ਜਿਹੜਾ ਵਾ ਲੋਕਾਂ ਦਾ ਭਲਾ ਕਰਨਾ ਉਹ ਥੋੜ੍ਹਾ ਛੱਡ ਦੇਣਾ। ਹੋ ਗਿਆ ਕੀ ਪਤਾ ਕੀ ਮੌਜ, ਹੁਣ ਨਹੀਂ ਪਤਾ ਲੱਗਾ ਕਿਸੇ ਨੂੰ ਵੀ। ਉਹਨੇ ਫਿਰ ਜੱਗ ਲਾਇਆ, ਫਿਰ ਸਾਰੇ ਬੰਨੇ ਸੁਨਾਹ ਪਹੁੰਚਾ ਦਿੱਤੇ ਕਿ ਆ ਕੇ ਸਭ ਭੋਜਨ ਛਕੋ। ਹੁਣ ਕਈ ਜਿਸ ਤਰ੍ਹਾਂ ਹੁੰਦੇ ਨੇ ਇਸੇ ਤਰ੍ਹਾਂ ਹੀ ਕੋਈ ਲੋਕ ਆ ਰਹੇ ਸੀ ਰਾਜੇ ਕੋਲ, ਉੱਥੇ ਬ੍ਰਾਹਮਣ ਵੀ ਕਈ ਵੀ ਹੋਰ, ਤੇ ਉਹਦੇ ਦਰਬਾਰ ਦੇ ਲਾਗੇ, ਦਰਬਾਰ 'ਚ ਕੋਈ ਇਸ ਤਰ੍ਹਾਂ ਦਾ ਕੋਈ ਰਹਿੰਦੀ ਸੀ ਕੋਈ ਔਰਤ, ਉਹ ਜਿਹੜਾ ਵੀ ਆਵੇ ਉਹਨੂੰ ਕਵੇ ਆ ਗਏ ਜੇ, ਆ ਗਏ ਮਰਨ ਵਾਸਤੇ। ਉਹ ਕਹਿੰਦੇ ਮਰਨ ਵਾਸਤੇ? ਕਹਿੰਦੇ ਅੱਗੇ ਵੀ ਰਾਜੇ ਨੇ ਕੀਤਾ ਸੀ, ਇੰਨੇ ਬ੍ਰਾਹਮਣ ਅੱਗੇ ਮਾਰ ਦਿੱਤੇ ਸੀ, ਅੱਗੇ ਇੰਨਾ ਆਹ ਕਰ ਦਿੱਤਾ ਸੀ, ਹੁਣ ਤੇ ਇਹਨੇ ਉਹਨੂੰ ਵੀ ਵੱਡਾ ਜੱਗ ਲਾਇਆ, ਹੁਣ ਜਿੰਨੇ ਜਣੇ ਆਉਣਗੇ ਉਹਨੂੰ ਬਚ ਕੇ ਥੋੜ੍ਹਾ ਜਾਣੇ ਨੇ। ਤੇ ਲੋਕੀ ਪੁੱਛਣ ਅੱਛਾ ਇਹਨੇ ਕੀਤਾ ਸੀ ਰਾਜੇ ਨੇ? ਉਹ ਬੜੇ ਹਾਂ ਲੈ ਹੋਰ ਕਿਹਨੇ ਕੀਤਾ ਸੀ, ਜੱਗ ਕਿਹਨੇ ਲਾਇਆ ਸੀ? ਰਾਜੇ ਨੇ ਹੀ ਕਰਵਾਇਆ ਸਭ ਕੁਛ, ਰਾਜੇ ਨੇ ਹੀ ਕੀਤਾ ਹੈ। ਉਹ ਇਸ ਤਰ੍ਹਾਂ ਜਦੋਂ ਉਹਨੇ ਕਰਨਾ ਸ਼ੁਰੂ ਕੀਤਾ, ਤੇ ਉਧਰ ਕਹਿੰਦੇ ਆ ਕਿ ਧਰਮਰਾਜ ਬੈਠੇ ਆਪਣੇ, ਉਹ ਕਹਿੰਦਾ ਕਿ ਬਈ ਆ ਜਾਓ ਤੁਹਾਨੂੰ ਦੱਸੀ ਜਾਣ। ਉਹ ਕਹਿ ਰਹੇ ਸੀ ਨਾ ਕਿ ਇਹ ਜਿਹੜਾ ਕਰਮ ਕਿਹਦੇ ਖਾਤੇ ਪਾਇਆ ਜਾਵੇ। ਉਹ ਜਿੰਨੇ ਪਾਪ ਹੋਏ ਸੀ, ਜਿੰਨੇ ਲੋਕ ਮਰੇ ਸੀ, ਉਹਨਾਂ ਦਾ ਸਾਰਿਆਂ ਦਾ ਪਾਪ ਜਿਹੜਾ ਸੀ ਉਸ ਔਰਤ ਦੇ ਉੱਤੇ ਦੇਤਾ। ਕਹਿੰਦਾ ਕਿ ਇਹਦਾ, ਉਹ ਕਹਿੰਦੇ ਕਿ ਇਹਦਾ ਕਿਸ ਤਰ੍ਹਾਂ ਮਹਾਰਾਜ ਜੀ? ਕਹਿੰਦੇ ਇਹਨੇ ਕੀਤਾ ਹੈ। ਕਹਿੰਦੇ ਪਰ ਕੀਤਾ ਭਾਵੇਂ ਇਹਨੇ ਨਹੀਂ ਹੈ, ਪਰ ਇਹਨੇ ਉਹਨਾਂ ਦੀ ਜਿਹੜੀ ਕਰਕੇ ਸਾਰਿਆਂ ਦਾ ਹੀ, ਤੇ ਇਹਨੇ ਉਹ ਚੁੱਕ ਲਿਆ ਹੁਣ ਬਾਹਰ, ਇਹ ਸਾਰਾ ਕਰਮ ਇਹਦਾ ਹੀ ਹੈ ਹੁਣ। ਕਿਉਂਕਿ ਉਹ ਨਿੰਦਿਆ ਕਰ ਰਹੀ ਸੀ ਉਹਨਾਂ ਦੀ ਬਿਨਾਂ ਉਹ ਜਾਣੇ ਜਾਂ ਕੁਛ ਵੀ ਕਿਸੇ ਤਰ੍ਹਾਂ ਦੀ, ਤੇ ਉਹ ਉਹਦੇ ਸਿਰ ਤੇ ਸਾਰਾ ਪਾ ਦਿੱਤਾ, ਤੇ ਉਹ ਸਾਰਾ ਜਿਹੜਾ ਕਰਮ ਸੀ ਉਹਨੂੰ ਭੁਗਤਣਾ ਪਿਆ। ਇਸੇ ਤਰ੍ਹਾਂ ਹੀ ਅਸੀਂ ਵੀ ਕਈ ਵਾਰੀ ਬਿਨਾਂ ਜਾਣੇ ਬਿਨਾਂ ਕੀਤੇ ਅਸੀਂ ਕਈ ਵਾਰ ਆਪਣੀਆਂ ਜਿਹੜੀਆਂ ਕਰਦੇ ਰਹਿੰਦੇ ਹਾਂ, ਤੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਤਾਂ ਕਿਸੇ ਦਾ ਮਾੜਾ ਕੀਤਾ ਨਹੀਂ ਕਦੀ, ਸਾਨੂੰ ਪਤਾ ਨਹੀਂ ਕਿਉਂ ਦੁੱਖ ਹੋ ਰਿਹਾ ਹੈ, ਪਤਾ ਨਹੀਂ ਅਸੀਂ ਕਿਉਂ ਕੀ ਕੀਤਾ ਹੈ। ਬਸ ਹੋਰ ਕੁਛ ਨਹੀਂ। ਮੈਂ ਕਈ ਵਾਰ ਦੱਸਿਆ ਹੈ ਕਿ ਸਭ ਤੋਂ ਵੱਧ ਕਰਮ ਸਾਡੇ ਜ਼ੁਬਾਨ ਬਣਾਉਂਦੀ ਹੈ। ਮੈਂ ਕਿਹਾ ਇੱਕ ਚੁੱਪ 100 ਸੁੱਖ। ਨਹੀਂ ਕੁਛ ਪਤਾ, ਨਹੀਂ ਕਿਸੇ ਤਰ੍ਹਾਂ ਦਾ, ਤੇ ਕੀ ਅਸੀਂ ਉਹਦੇ ਵਿੱਚ ਲੈਣਾ ਕਰਕੇ? ਹਾਂ ਬੜੀ ਖੋਜ ਕਰੋ, ਖੋਜ ਕਰਕੇ ਜੋ ਕੋਈ ਚੀਜ਼ ਹੈਗਾ ਬਲ, ਤੇ ਫਿਰ ਵੀ ਨਹੀਂ ਸਾਡਾ ਬੰਦ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਨਿੰਦਿਆ ਜਿਹੜੀ ਆ ਕਰਨੀ, ਇਹ ਜਿਹੜੀ ਤੇ ਬਿਲਕੁਲ ਉਹ ਕਹਿੰਦੇ ਆ ਕਿ ਹੈ ਹੀ ਮੂਰਖਾਂ ਦਾ ਕੰਮ ਹੈ ਜਿਹੜਾ। ਇਸ ਲਈ ਹਮਾਇਆ ਕਿ ਨਿੰਦਕ ਸੋ ਜੋ ਨਿੰਦਾ ਹੋ ਰਹੇ, ਹਮਰਾ ਜੀਵਨ ਨਿੰਦਕ ਲੋੜੇ। ਕਿ ਜਿਹੜਾ ਸਾਡੇ ਜੀਵਨ ਜਿਸ ਤਰ੍ਹਾਂ ਜੋ ਸਾਡੇ ਪਾਪ ਚੀਜ਼ਾਂ ਨੇ ਉਹ ਜਿਹੜੀਆਂ ਉਹ ਚੁੱਕ ਲੈਂਦਾ ਹੈ। ਤਾਂ ਅੱਗੇ ਹੋਇਆ ਕਿ ਨਿੰਦਾ ਹਮਰੀ ਪ੍ਰੇਮ ਪਿਆਰ, ਕਿਉਂਕਿ ਕਹਿੰਦੇ ਕਿ ਉਹ ਸਾਡੇ ਨਾਲ ਪ੍ਰੇਮ ਕਰਦਾ ਨਾ ਜ਼ਿਆਦਾ, ਨਿੰਦਕ ਜਿਹੜਾ ਦੇਖੋ ਸਾਡੀਆਂ ਹੀ ਕਿਉਂਕਿ ਜਿਸ ਤਰ੍ਹਾਂ ਇੱਕ ਮਾਤਾ ਪਿਤਾ ਆਪਣੇ ਬੱਚੇ ਦੀ ਗਲਤੀਆਂ ਦੱਸਦੇ ਨੇ, ਉਹਦਾ ਵੀ ਹਰ ਵੇਲੇ ਉਹੀ ਧਿਆਨ ਰਹਿੰਦਾ ਕਿ ਆਹ ਦੇਖੋ ਇੰਨੇ ਆਹ ਜੀ ਉਹ ਜੀ ਕਰਕੇ, ਇਹਦਾ ਮਤਲਬ ਸਾਨੂੰ ਸਵਾਰਨਾ ਚਾਹੁੰਦਾ ਹੈ। ਕਹਿੰਦੇ ਤੁਸੀਂ ਇਹ ਮਨ 'ਚ ਸੋਚੋ ਕਿ ਸਾਡੇ ਨਾਲ ਪਿਆਰ ਕਰਦਾ, ਇਸ ਕਰਕੇ ਸਾਡੇ ਔਗਣ ਲੱਭ ਰਿਹਾ। ਨਿੰਦਕ ਹਮਰੀ ਪ੍ਰੇਮ ਪਿਆਰ, ਨਿੰਦਕ ਹਮਰਾ ਕਰੇ ਉਧਾਰ। ਕਹਿੰਦੇ ਉਹ ਤਾਂ ਸਾਡਾ ਉਧਾਰ ਕਰ ਰਿਹਾ ਹੈ, ਸਾਨੂੰ ਵਧੀਆ ਸਵਾਰਨ ਵਾਸਤੇ ਇਹ ਕੰਮ ਕਰ ਰਿਹਾ ਹੈ। ਅਸੀਂ ਇਹ ਸੋਚੀਏ ਕਿ ਉਹ ਸਤਿਗੁਰਾਂ ਦਾ ਹੀ ਕੋਈ ਉਹਨਾਂ ਨੇ ਹੀ ਉਹ ਸਭ ਭੇਜਿਆ ਇਸੇ ਕਰਕੇ। ਅੱਗੇ ਸੁਣਾਇਆ ਕਿ ਜਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਿਹੜਾ ਨਹੀਂ ਪਾਰ ਉਤਰਨਾ ਚਾਹੁੰਦਾ? ਕੋਈ ਹੈਗਾ? ਸਾਰੇ ਅਸੀਂ ਕਹਿੰਦੇ ਕਿ ਅਸੀਂ ਪਾਰ ਉਤਰੀਏ। ਤੇ ਉਹਨੇ ਕਿਹਾ ਕਿ ਇਸ ਗੱਲ ਦੀ ਪਰਵਾਹ ਛੱਡੀਏ, ਕੋਈ ਗੱਲ ਨਹੀਂ, ਜਿਹੜਾ ਕਰਦਾ ਨਾ ਉਹਨੂੰ ਕਰਨ ਦਿਓ, ਉਸ ਵਚਨ ਤੇ ਵਿਸ਼ਵਾਸ ਕਰੀਏ ਉਸ ਕਰਕੇ ਕਿ ਉਹ ਆਪਣਾ ਭਾਰ ਵਧਾ ਰਿਹਾ ਹੈ, ਆਪਣਾ ਉਹ ਕਰੀ ਜਾ ਰਿਹਾ ਹੈ, ਤੇ ਬਈ ਆਪਾਂ ਹਲਕੇ ਹੋਈ ਜਾ ਰਹੇ ਹਾਂ। ਜਦੋਂ ਅਸੀਂ ਧਿਆਨ ਦੇਵਾਂਗੇ, ਸਿਰਫ ਆਪਣੇ ਮਨ ਤੋਂ ਬੋਝ ਉਤਾਰ ਕੇ ਦੇਖੀਏ, ਕਿੰਨੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਨੇ ਉਹ ਜਿਹੜੇ ਨਿੰਦਕ ਨੇ ਉਹ ਖਤਮ ਕਰ ਦਿੰਦੇ ਨੇ ਸਗੋਂ। ਇਸ ਲਈ ਇਹ ਚੀਜ਼ਾਂ ਸਾਰੀਆਂ ਤਾਂ ਹੀ ਮੰਨਾਂਗੇ, ਤਾਂ ਹੀ ਹੋਏਗਾ ਜੇ ਗੁਰੂ 'ਤੇ ਵਿਸ਼ਵਾਸ ਹੋਏਗਾ। ਤੇ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਕਾਹਦੇ ਵਾਸਤੇ? ਕੁਝ ਨਾ ਕੁਝ ਉਹਨਾਂ ਦਾ ਵਿਸ਼ਵਾਸ ਕਰਦੇ ਹਾਂ ਤਾਂ ਹੀ ਹੈ ਨਾ। ਅਤੇ ਉਹਨਾਂ ਨੇ ਆਪਣਾ ਜੋ ਤਜਰਬਾ ਬਿਆਨ ਕੀਤਾ ਹੈ ਉਹ ਤੋਂ ਫਾਇਦਾ ਲਈਏ, ਆਪਣਾ ਟਾਈਮ ਖਰਾਬ ਨਾ ਕਰੀਏ ਐਵੇਂ ਫਾਲਤੂ ਦੀਆਂ ਸੋਚਾਂ ਸੋਚ ਕੇ। ਜ਼ਿਆਦਾ ਜਿਹੜੀਆਂ ਬਿਮਾਰੀਆਂ ਜਾਂ ਟੈਨਸ਼ਨਾਂ ਇਸੇ ਚੀਜ਼ਾਂ ਕਰਕੇ ਹੀ ਹੈ ਸਾਨੂੰ, ਕਿਉਂਕਿ ਡਿਪਰੈਸ਼ਨ ਦੇ ਨਾਲ ਹੀ ਹਰ ਚੀਜ਼ ਸ਼ੁਰੂ ਹੁੰਦੀ ਹੈ ਜ਼ਿਆਦਾਤਰ। ਜਦੋਂ ਅਸੀਂ ਕੋਈ ਜ਼ਿਆਦਾ ਸੋਚੀ ਜਾਂਦੇ, ਬਿਨਾਂ ਵਜ੍ਹਾ ਸੋਚੀ ਜਾਂਦੇ ਹਾਂ, ਚਲੋ ਜਿਹੜੀ ਕੋਈ ਸੋਚਣ ਵਾਲੀ ਉਹ ਤਾਂ ਹੈਗੀ, ਜਿਹੜੀ ਫਾਲਤੂ ਲੋਕਾਂ ਦੀ, ਹੁਣ ਕਿਸੇ ਨੂੰ ਅਸੀਂ ਕੋਈ ਕਰ ਸਕਦੇ ਹਾਂ ਕਿਸੇ ਨੂੰ? ਤੇ ਇਹਨਾਂ ਚੀਜ਼ਾਂ ਦੀ ਛੱਡ ਕੇ ਆਪਣਾ ਕਰਮ ਕਰੀਏ, ਜਿਹੜਾ ਸਤਿਗੁਰਾਂ ਦਾ
ਹੁਕਮ ਹੈ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰੀਏ। ਉਹਦੇ ਮੁਤਾਬਕ ਬਾਕੀ ਜੋ ਚੀਜ਼ਾਂ ਹੈਗੀਆਂ ਨੇ, ਇੱਥੇ ਮੈਂ ਜਿਸ ਤਰ੍ਹਾਂ ਦੱਸਿਆ ਕਿ ਕੋਈ ਵੀ ਜਿਹੜੇ ਪਿੱਛੇ ਕੋਈ ਰਿਸ਼ੀ ਮੁਨੀ ਕੋ ਮਹਾਤਮਾ ਹੋਏ, ਉਹਨਾਂ ਨੂੰ ਨਹੀਂ ਸਾਰੇ ਸੰਸਾਰ ਨੇ ਕੁਛ ਚੰਗਾ, ਉਹਨਾਂ ਦੇ ਅੱਜ ਤੱਕ ਵੀ ਕਈ ਜਿਹੜੇ ਨੇ ਨਿੰਦਿਆ ਕਰੀ ਜਾਂਦੇ ਨੇ, ਅਤੇ ਆਪਾਂ ਕੋਈ ਉਹਨਾਂ ਨਾਲੋਂ ਕੋਈ ਵੱਡੇ ਨਹੀਂ ਹੋ ਗਏ ਕਿ ਜਿਹੜਾ ਅਸੀਂ ਕੋਈ ਕਿਸੇ ਤਰ੍ਹਾਂ ਦਾ ਸੋਚੀਏ। ਕੋਈ ਗੱਲ ਨਹੀਂ ਹੈ, ਬਸ ਆਪਣੇ ਸਤਿਗੁਰਾਂ ਵੱਲ ਧਿਆਨ ਕਰਕੇ ਉਹਨਾਂ ਦੀ ਦਇਆ ਦ੍ਰਿਸ਼ਟੀ ਜਿਹੜੀ ਮੰਗੀਏ, ਬਾਕੀ ਹੋਰ ਦੀ ਜਿਹੜੀਆਂ ਚਿੰਤਾ ਛੱਡ ਕੇ ਆਪਣੇ ਜੀਵਨ ਦਾ ਆਨੰਦ ਲਈਏ। ਸਗੋਂ ਕਿਰਪਾ ਕਰਨ, ਸਭ ਤੇ ਦਇਆ ਬਣਾਈ ਰੱਖਣ। ਰਾਧਾ ਸੁਆਮੀ, ਰਾਧਾ ਸੁਆਮੀ।